ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਅੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ। ਸਵਾਗਤ ਹੈ ਤੁਹਾਡਾ ਗਰਗ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਗਰਗ ਸਾਹਿਬ, ਜਦੋਂ ਸਿਆਸੀ ਪਾਰਟੀਆਂ ਦੇ ਉੱਤੋਂ ਲੋਕਾਂ ਦਾ ਯਕੀਨ ਉੱਠ ਜੇ, ਸਿਆਸਤਦਾਨਾਂ ਦੇ ਉੱਤੋਂ ਲੋਕਾਂ ਦਾ ਯਕੀਨ ਉੱਠ ਜੇ, ਤਾਂ ਫਿਰ ਸਵਾਲ ਬਹੁਤ ਉਤਪੰਨ ਹੁੰਦੇ ਨੇ, ਬਹੁਤ ਸਵਾਲ ਖੜੇ ਹੁੰਦੇ ਨੇ। ਜਿਵੇਂ ਹੁਣ ਕਹਿ ਦਿੱਤਾ ਕਿ ਜੀ MLAs ਦੀ ਖਰੀਦੋ ਫਰੋਖਤ ਹੁੰਦੀ ਹੈ, ਇਲਜ਼ਾਮ BJP ਤੇ ਨੇ। ਭਾਵ ਸਿੱਧਾ ਕਹਿ ਲਈਏ ਕਿ ਵੱਡੀ ਧਿਰ ਦੇ ਉੱਤੇ ਲੱਗਦੇ ਨੇ, ਜਿਹਦੇ ਕੋਲੇ ਪੈਸਾ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਸਰਕਾਰਾਂ ਤੋੜ ਵੀ ਦਿੰਦਾ, ਆਪਣੀਆਂ ਸਰਕਾਰਾਂ ਬਣਾ ਵੀ ਲੈਂਦਾ ਆ। ਪਰ ਇਹ ਸਭ ਦੇ ਵਿਚਾਲੇ ਲੋਕਾਂ ਦਾ ਕੀ ਬਣੇਗਾ? ਲੋਕ ਕੀ ਕਰਨ ਇਸ ਦਾ ਮੁਕਾਬਲਾ ਕਰਨ ਦੇ ਲਈ? ਸਿਆਸੀ ਪਾਰਟੀਆਂ ਦੀ ਤਾਂ ਆਪਸੀ ਖਿੱਚੋਤਾਣ ਹੁੰਦੀ ਹੈ, ਜਿਹਦੇ ਵਿੱਚੋਂ ਹੁਣ ਪੰਜਾਬ ਦੇ ਖਜ਼ਾਨਾ ਮੰਤਰੀ ਕਹਿ ਰਹੇ ਨੇ ਕਿ ਸਾਡੇ MLAs ਨੂੰ 25-25 ਕਰੋੜ ਤੋਂ 75 ਕਰੋੜ ਤੱਕ ਦੀ ਆਫਰ ਦਿੱਤੀ ਗਈ। 10 MLAs ਉਹਨਾਂ ਨੇ ਸਾਹਮਣੇ ਲਿਆਂਦੇ ਨੇ। ਪਿੱਛੇ ਜੇ ਕੇਜਰੀਵਾਲ ਸਾਹਿਬ ਦਿੱਲੀ 'ਚ ਵੀ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉੱਥੇ ਵੀ ਕਿਹਾ ਕਿ ਸਾਡੇ MLAs ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਹੁਣ ਤੱਕ ਕੋਈ ਸਬੂਤ ਪੱਕਾ ਜਦੋਂ ਸਾਹਮਣੇ ਨਹੀਂ ਆਉਂਦਾ, ਸਵਾਲ ਫਿਰ ਵੀ ਉੱਠਦੇ ਨੇ। ਦੇਖੋ ਸੁਖਵਿੰਦਰ ਜੀ, ਇੱਕ ਗੱਲ ਤਾਂ ਮੰਨਣ ਵਾਲੀ ਹੈ ਵੀ ਲੋਕ ਕਿੱਧਰ ਜਾਣ। ਜਦ MLA ਬਕਾਊ ਹੋ ਗਏ, ਬਕਾਊ ਨਹੀਂ ਤਾਂ ਜਰਗਮਾਲ ਹੋ ਗਏ। ਹੁਣ ਜਰਗਮਾਲ ਬਣੇ ਤਾਂ ਸਾਡੇ ਸਾਹਮਣੇ ਦਿਖਦੇ ਨੇ। ਜਰਗਮਾਲ ਕੋਈ ਕਿਉਂ ਬਣਦਾ? ਜਰਗਮਾਲ ਉਹ ਭਲੇ ਮਾਨਸੀ ਨਾਲ ਨਹੀਂ ਬਣਦਾ। ਜੇ ਉਧਵ ਠਾਕਰੇ ਦੀ ਜਿਹੜੀ ਸਭ ਤੋਂ ਤਕੜੀ ਸਰਕਾਰ ਮੰਨੀ ਜਾਂਦੀ ਸੀ, ਉਹ ਤੋੜਤੀ। ਜੇ ਨਿਤਿਸ਼ ਦੀ ਸਰਕਾਰ ਤੋੜਨ ਨੂੰ ਫਿਰਦੇ ਸੀਗੇ, ਉਹ ਪਹਿਲਾਂ ਭਾਂਪ ਗਿਆ। ਜੇ ਰਾਜਸਥਾਨ ਵਾਲਾ ਗਹਿਲੋਤ ਪਹਿਲਾਂ ਭਾਂਪ ਗਿਆ, ਉਹਨੇ ਨਹੀਂ ਟੁੱਟਣ ਦਿੱਤੇ। ਪਰ ਮੱਧ ਪ੍ਰਦੇਸ਼ ਤਾਂ ਤੋੜ ਹੀ ਗਏ ਨਾ। ਉਹ ਦੇਖ ਨਹੀਂ ਸਕਿਆ ਪਹਿਲਾਂ, ਉਹਨੂੰ ਪਤਾ ਨਹੀਂ ਲੱਗਿਆ ਜਦ ਤੋੜੀ ਦਿੱਤੇ। ਸਿੰਧੀਆ ਹੋਰ ਹੀ ਟੁੱਟ ਕੇ ਚਲੇ ਗਏ। ਸਿੰਧੀਆ ਜਿਹੜਾ ਪਹਿਲਾਂ ਹੀ ਆਦ ਵਿਚਾਰਾ ਪਰਿਵਾਰ ਭਾਵੇਂ ਉੱਧਰ ਸੀ, ਪਰ ਇਹ ਪੱਕਾ ਹੀ ਸੀ, ਇਹਦਾ ਬਾਪ ਵੀ ਇਹ ਤਾਂ ਕਾਂਗਰਸ 'ਚ ਹੀ ਸੀਗੇ। ਅਤੇ ਫਿਰ ਉਹ ਛੱਡ ਕੇ ਉੱਧਰ ਚਲਾ ਗਿਆ, ਔਰ ਉੱਥੇ ਉਹਦੀ ਪਹਿਲਾਂ ਮਿੱਟੀ ਪਲੀਤ ਵੀ ਕਰਦੇ ਰਹੇ। ਬਾਅਦ ਦੇ ਵਿੱਚ ਉਹਨੂੰ ਚਲੋ ਕੇਂਦਰ 'ਚ ਲੈ ਵੀ ਲਿਆ। ਅਤੇ ਇਹ ਜਿਹੜਾ ਸਾਡੇ ਚੋਣ ਦੇ ਵਿੱਚ ਅੱਜ ਸਿਆਸਤ ਜਿਹੜੀ ਹੈ, ਇਹ ਵਪਾਰੀ, ਦਰਬਾਰੀ ਅਤੇ ਪਰਿਵਾਰੀ ਨੇ। ਸੋ ਇਹ ਆਪਦਾ ਪਰਿਵਾਰ ਪਾਲਣਾ ਚਾਹੁੰਦੇ ਨੇ, ਆਪਦਾ ਵਪਾਰ ਕਾਇਮ ਰੱਖਣਾ ਚਾਹੁੰਦੇ ਨੇ। ਉਹਦੇ ਵਿੱਚ ਇਹ ਦਰਬਾਰੀ ਬਣਦੇ ਨੇ ਵੀ ਜੋ ਭਾਈ ਤਕੜਾ ਬੰਦਾ ਕਹੇਗਾ ਆਪਾਂ ਉਹਦੀ ਮੰਨੀ ਜਾਣੀ ਹੈ। ਉਹ ਪਾਰਟੀ ਦੇ ਦਿਨ ਵੀ ਇਹੀ ਕਰਦੇ ਨੇ, ਉਹ ਸਰਕਾਰਾਂ 'ਚ ਵੀ ਇਹੀ ਕਰਦੇ ਨੇ। ਉਹ ਉੱਤੇ ਜਾ ਕੇ ਕੇਂਦਰ ਸਰਕਾਰ ਨਾਲ ਜਾਂ ਕੇਂਦਰ ਦੀਆਂ ਪਾਰਟੀਆਂ ਨਾਲ ਵੀ ਇਹੀ ਸੌਦੇਬਾਜ਼ੀ ਕਰਦੇ ਨੇ। ਉਹਦੇ ਵਿੱਚ ਜਦ ਕੋਈ ਬੰਦਾ ਵਿਕਾਊ ਹੋਵੇ, ਉਦੋਂ ਫਿਰ ਉਹਦਾ ਮੁੱਲ ਘੱਟ ਜਾਂ ਵੱਧ। ਮੁੱਲ ਦਾ ਤਾਂ ਸਵਾਲ ਇਹ ਹੈ ਵੀ ਕਿੰਨੀ ਕੁ ਚੀਜ਼ ਦੀ ਮੰਗ ਹੈ ਅਤੇ ਕਿੰਨੀ। ਇਹ ਸਰਮਾਏਦਾਰੀ ਦਾ ਰੂਲ ਹੈ। ਮੰਗ ਦੇ ਹਿਸਾਬ ਨਾਲ ਵੀ ਜੇ ਜ਼ਿਆਦਾ ਮੰਗ ਹੋਊਗੀ ਉਦੋਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ, ਜਦ ਮੰਗ ਘੱਟ ਹੋਏਗੀ ਉਦੋਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ। ਆ ਪੈਟਰੋਲ ਦਾ ਕਰੋਨਾ ਦੌਰਾਨ ਹੋਇਆ ਨਹੀਂ ਸੀ? ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਪੈਟਰੋਲ ਨੂੰ ਸਾਂਭਣ ਵਾਸਤੇ ਜਗ੍ਹਾ ਨਹੀਂ ਰਹੀ ਸੀ, ਮੁਫਤ ਵਰਗਾ ਦੇਣ ਨੂੰ ਤਿਆਰ ਸੀਗੇ। ਅਤੇ ਹੁਣ ਤੁਹਾਡੇ ਸਾਹਮਣੇ ਭਾਅ ਕਿੰਨੇ ਵਧੀ ਜਾ ਰਹੇ ਨੇ। ਸੋ ਇਸ ਕਰਕੇ ਜਦ ਇਹ ਇੱਥੇ ਸਿਆਸਤਦਾਨ ਹੋ ਗਏ, ਹੁਣ ਸਿਆਸਤਦਾਨ ਕੋਈ ਅਸੂਲਾਂ 'ਤੇ ਤਾਂ ਹੀ ਨਹੀਂ ਨਾ। ਜਿਹੜੀ ਹੁਣ ਦੀ ਪੀੜ੍ਹੀ ਹੈ ਸਿਆਸਤਦਾਨਾਂ ਦੀ, ਤੁਸੀਂ ਦੇਖੋ, ਜੇ ਅਸੀਂ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਲਾਈਏ, ਇਹ ਤਾਂ ਆਜ਼ਾਦੀ ਤੋਂ ਬਹੁਤ ਬਾਅਦ ਜੰਮਿਆ ਕਿ ਇਹਨੂੰ ਤਾਂ ਪਤਾ ਹੀ ਨਹੀਂ ਵੀ ਆਜ਼ਾਦੀ 'ਚ ਲੋਕਾਂ ਨੇ ਕੁਰਬਾਨੀ ਕੀ ਕਰੀ ਹੈ। ਤਾਂ ਸੁਣੀ ਸੁਣਾਈ ਗੱਲ ਕਹਿੰਦਾ। ਇਸੇ ਕਰਕੇ ਬਹੁਤ ਸਾਰੀਆਂ ਗਲਤ ਬਿਆਨੀਆਂ ਕਰ ਦਿੰਦੇ ਨੇ। ਕਦੇ ਕਹਿੰਦੇ ਭਗਤ ਸਿੰਘ ਨੂੰ ਕੋਈ ਮਿਲਣ ਗਏ ਸੀ ਪੰਡਿਤ ਨਹਿਰੂ ਜੇਲ੍ਹ 'ਚ, ਉਹਨਾਂ ਨੂੰ ਦੱਸੋ ਲੋਗੋ ਵੀ ਤੁਹਾਨੂੰ ਆਪ ਨੂੰ ਨਹੀਂ ਪਤਾ, ਦੂਜਿਆਂ ਨੂੰ ਕੀ ਪਤਾ ਹੋਣਾ। ਇੱਦਾਂ ਹੀ ਜਿਹੜੇ ਆਪਾਂ ਦੇਖ ਲਈਏ ਦੇਸ਼ 'ਚ ਕਿੰਨੇ ਨੇਤਾ ਨੇ, ਇੱਕ ਨਹੀਂ। ਤੁਹਾਨੂੰ ਕੋਈ ਲੱਗਦਾ ਵੀ ਉਹ ਆਜ਼ਾਦੀ ਤੋਂ ਪਹਿਲਾਂ ਵਾਲਾ ਨੇਤਾ ਕੋਈ ਖੜਾ ਹੋਵੇ? ਕਿਉਂਕਿ ਹੁਣ ਉਸ ਹਿਸਾਬ ਨਾਲ ਤਾਂ 75 ਸਾਲ ਤੋਂ ਉੱਪਰ ਵਾਲਾ ਤਾਂ ਕੋਈ ਟਾਵਾਂ ਹੀ ਹੋਣਾ ਜੇ ਕਿਤੇ ਹੋਊਗਾ ਵੀ। ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆ ਰਿਹਾ। ਸੋ ਜਿਹੜੇ ਇਹ ਨੇਤਾ ਨੇ, ਇਹਨਾਂ 'ਚੋਂ ਕੁਛ ਬੰਦਿਆਂ ਨੇ ਆਜ਼ਾਦੀ ਤੋਂ ਬਾਅਦ ਇਮੀਡੀਏਟਲੀ ਜਿਹੜੇ ਆਏ ਸਿਆਸਤ ਦੇ ਵਿੱਚ, ਉਹਨਾਂ 'ਚੋਂ ਕਈਆਂ ਨੇ ਆਪਦੇ ਅਸੂਲ ਫਿਰ ਰੱਖੇ, ਕਿਉਂਕਿ ਉਹਨਾਂ ਦੇ ਉੱਤੇ ਆਜ਼ਾਦੀ ਘੁਲਾਟੀਆਂ ਦਾ ਪ੍ਰਭਾਵ ਸੀਗਾ। ਪਰ ਉਸ ਤੋਂ ਬਾਅਦ ਤਾਂ ਬਿਲਕੁਲ ਹੀ ਬੁਰਾ ਹਾਲ ਹੋ ਗਿਆ। ਹੁਣ ਜਿਹੜੀ ਪੀੜ੍ਹੀ ਆ ਰਹੀ ਹੈ, ਉਹ ਤਾਂ ਸਿੱਧਾ ਹੀ ਵਪਾਰ ਕਰਨ ਆ ਰਹੀ ਹੈ। ਆਪਾਂ ਇੱਥੇ ਦੇਖ ਲਈਏ, ਪਿਛਲੀ ਚੰਨੀ ਸਰਕਾਰ ਦੇ ਵਿੱਚ ਕੀ ਕੁਛ ਨਹੀਂ ਹੋ ਰਿਹਾ ਸੀ। ਕੈਪਟਨ ਨੂੰ ਤਾਂ ਇਹ ਕਹਿ ਕੇ ਲਾਇਆ ਗਿਆ ਸੀ ਨਾ ਵੀ ਬੜੀ ਕਰਪਸ਼ਨ ਚੱਲ ਰਹੀ ਹੈ, ਮਾਫੀਏ ਨੂੰ ਕੁਛ ਨਹੀਂ ਕਰਿਆ ਗਿਆ, ਅਸੀਂ ਇਹਨੂੰ ਤਾਂ ਲਾਇਆ। ਪਰ ਉਹਨੇ ਤਾਂ ਫਿਰ ਕਾਂਗਰਸ ਨੂੰ ਇਕੱਠਾ ਰੱਖਿਆ ਸੀ। ਚੰਨੀ ਤੋਂ ਬਾਅਦ ਤਾਂ ਕਾਂਗਰਸ ਊਂ ਅੱਡੋ ਫੱਟੀ ਹੋਣੀ ਸ਼ੁਰੂ ਹੋ ਗਈ। ਚੰਨੀ ਤਾਂ ਉਹਨੂੰ ਚਲਾ ਹੀ ਨਹੀਂ ਸਕਿਆ, 2 ਜਗ੍ਹਾ ਤੋਂ ਆਪ ਹੀ ਹਾਰ ਗਿਆ, ਬੁਰੀ ਤਰ੍ਹਾਂ ਹਾਰਿਆ। ਹੁਣ ਜਾ ਕੇ ਮੂਡ ਕੋਕੀ ਬਹਿ ਗਿਆ। ਦੋਸ਼ ਵੀ ਸਭ ਤੋਂ ਜ਼ਿਆਦਾ ਉਸੇ ਦੇ ਸਮੇਂ 'ਚ ਲੱਗੇ। ਸੋ ਆਪਾਂ ਕਿਵੇਂ ਇਹ ਉਹ ਲਾਲਚ ਇੰਨੇ 'ਚ ਪੈ ਗਿਆ, ਕਾਂਗਰਸ ਨੂੰ ਲਾਲਚ ਹੋ ਗਿਆ ਵੀ ਚੰਨੀ ਸਾਨੂੰ ਜਿਤਾ ਦੇਗਾ। ਚੰਨੀ ਨੂੰ ਲਾਲਚ ਪੈ ਗਿਆ ਵੀ ਹੁਣ ਤਾਂ ਮੈਂ ਪੱਕਾ ਹੀ ਮੁੱਖ ਮੰਤਰੀ ਸਾਰੀ ਉਮਰ ਦਾ ਬਣ ਗਿਆ। ਜਿਵੇਂ ਸੁਖਬੀਰ ਬਾਦਲ ਕਹਿੰਦਾ ਸੀ 50 ਸਾਲ ਤਾਂ ਹੁਣ ਸਾਡੀ ਸਰਕਾਰ ਜਾਣੀ ਨਹੀਂ। ਕਿਸੇ ਜ਼ਮਾਨੇ ਦੇ ਵਿੱਚ ਪ੍ਰਮੋਦ ਮਹਾਜਨ ਨੇ ਵੀ ਕਿਹਾ ਸੀ ਵਾਜਪਾਈ ਦੀ ਸਰਕਾਰ ਵੇਲੇ ਕਿ ਸਾਡੀ ਤਾਂ 50 ਸਾਲ ਸਰਕਾਰ ਰਹੂਗੀ, ਅਤੇ ਉਹ ਵਿਚਾਰਾ ਆਪ ਹੀ ਚਲੇ ਗਿਆ ਸੀ। ਸੋ ਇਸ ਕਰਕੇ ਇਹ ਜਿਹੜਾ ਤਰੀਕਾ ਹੈ ਕਿ MLA ਜਿਹੜੇ ਨੇ ਅੱਜ ਵਪਾਰ ਕਿਉਂ ਵਾਸਤੇ ਆਉਂਦੇ ਨੇ, ਇਸ ਕਰਕੇ ਜਿਹੜਾ ਉਹਨਾਂ ਦਾ ਵੱਧ ਮੁੱਲ ਪਾਊਗਾ, ਜਦ ਬਾਜ਼ਾਰ ਵਿਕਣ ਚਲਿਆ ਗਿਆ ਬੰਦਾ, ਉਹਦਾ ਜਿਹੜਾ ਮੁੱਲ ਵੱਧ ਪਾਊਗਾ ਉਹ ਸਿੱਧੀ ਵਿਕ ਜਾਣਾ। ਸੋ ਇਹ ਜਿਹੜਾ ਹੈਗਾ, ਇਹ ਭਾਵੇਂ ਤੁਹਾਡੇ ਸਾਹਮਣੇ ਕੋਈ ਸਬੂਤ ਨਾ ਹੋਵੇ ਪੈਸੇ ਦਿੱਤੇ ਨੇ, ਪਰ ਇਹ ਤਾਂ ਸਬੂਤ ਹੈਗਾ ਵੀ ਜਰਗਮਾਲ ਬਣਾ ਕੇ ਰੱਖੇ ਸੀ। BJP ਤਾਂ ਉੱਥੇ ਵੀ ਮੁੱਕਰੀ ਜਾਂਦੀ ਸੀ, ਸ਼ਾਮ 'ਚ ਕਹਿੰਦੇ ਰੱਖੀ ਨਹੀਂ।
ਵੀ ਜੇ ਰੱਖੇ ਨਹੀਂ ਹੋਰ ਗੁਜਰਾਤ ਤੋਂ ਚੱਕ ਕੇ ਤੁਸੀਂ ਅਸਾਮ 'ਚ ਲੈ ਕੇ ਗਏ, ਕਿਉਂ ਲੈ ਕੇ ਗਏ? ਫਿਰ ਕਾਂਗਰਸ ਆਪਦੇ ਐਮਐਲਏ ਨੂੰ ਬਚਾਉਣ ਵਾਸਤੇ ਜਰਗਮਾਲ ਬਣਾ ਕੇ ਰੱਖਦੀ ਹੈ ਵੀ ਇਹ ਭੱਜ ਨਾ ਜਾਣ। ਜਿਹੜੀ ਪਾਰਟੀ ਨੇ ਟਿਕਟ ਦਿੱਤੇ ਨੇ, ਅਜੇ ਚੋਣ ਲੜਕੇ ਉਹਦੇ ਆਏ ਨੇ, ਉਹਨੂੰ ਇਹ ਡਰ ਹੈ ਵੀ ਇਹ ਭੱਜੀ ਨਾ ਜਾਣ। ਇਹ ਤਾਂ ਮਤਲਬ ਡੱਡੂਆਂ ਦੀ ਪੰਸੇਰੀ ਹੈ, ਜਿੱਦਾਂ ਮਰਜ਼ੀ ਜਾ ਸਕਦੀ ਹੈ। ਕਹਿਣ ਨੂੰ ਬੜਾ ਸੌਖਾ ਹੈ, ਔਖਾ ਲੱਗਦਾ ਦੇਖਣ ਨੂੰ ਵੀ ਹੈ ਇਹ ਐਮਐਲਏ ਦੀ ਹਾਲਤ ਤਾਂ ਸਾਡੇ ਸਾਹਮਣੇ ਹੈ, ਦੱਸੋ ਕਿੱਥੇ ਨਹੀਂ ਵਿਕ ਰਹੇ। ਦੂਜੀ ਗੱਲ, ਜੇ ਇਹਨਾਂ ਦੇ ਦਿੱਲੀ 'ਚ ਵੀ ਵਿਕਣ ਨੂੰ ਉੱਥੇ ਵੀ ਦੋਸ਼ ਲੱਗੇ ਨੇ। ਬੀਜੇਪੀ ਖਰੀਦਣ ਨੂੰ ਵੀ ਤਿਆਰ ਹੈ, ਬੀਜੇਪੀ ਦੀ ਤਾਂ ਕੋਈ ਗੱਲ ਹੀ ਨਹੀਂ ਹੈ। ਸਾਮ ਦਾਮ ਦੰਡ ਭੇਜੋ ਤਾਂ ਲਾਂਦੀ ਹੈ, ਸ਼ਰੇਆਮ ਲਾਂਦੀ ਹੈ। ਉਹਨੂੰ ਤਾਂ ਹੁਣ ਕੋਈ ਲੁੱਕ ਛਿਪੀ ਨਹੀਂ ਨਾ। ਤੁਸੀਂ ਦੇਖੋ ਗੋਆ 'ਚ ਸਰਕਾਰ ਬਣਾਈ, ਤੁਹਾਡੇ ਖਿਆਲ 'ਚ ਗੋਆ 'ਚ ਐਵੇਂ ਸਰਕਾਰ ਬਣ ਗਈ? ਗੋਆ 'ਚ ਤਾਂ ਕਾਂਗਰਸੀਆਂ ਦੀ ਗਿਣਤੀ ਵੀ ਵੱਧ ਸੀਗੀ। ਹਾਂਜੀ, ਮਣੀਪੁਰ 'ਚ ਬਣਾਈ, ਜਿਹੜੀਆਂ ਇਹਨਾਂ ਨੇ ਸਰਕਾਰਾਂ ਬਣਾਈਆਂ। ਇਹ ਤਾਂ ਮਮਤਾ ਜੇ ਕਿਤੇ 19 ਸੀਟਾਂ ਨਾ ਲੈਂਦੀ ਉੱਥੇ ਵੀ ਬਣਾਉਣ ਨੂੰ ਤਿਆਰ ਸੀ। ਫਿਰ ਉਹਨੇ ਮਮਤਾ ਨੂੰ ਇੱਕ ਬਹਾਨਾ ਵੀ ਉਹਦੀ ਕਿਉਂਕਿ ਆਪਦੀ ਸੀਟ ਹਾਰੀ ਹੋਈ ਸੀ, ਉਹਨੂੰ ਐਨ ਥੱਲੇ ਲਾ ਕੇ ਰੱਖਿਆ ਵੀ ਤੇਰੀ ਨਹੀਂ ਚੋਣ ਨਹੀਂ ਕਰਾਉਂਦੇ, ਕਿਸੇ ਹੋਰ ਨੂੰ ਜਿਹਨੂੰ ਸੀਐਮ ਬਣਾਏਗੀ ਉਹ ਸਾਡਾ ਹੀ ਹੋਏਗਾ ਪ੍ਰੈਕਟੀਕਲੀ। ਤੇ ਉਹ ਫਿਰ ਉਹਦੇ ਹਾੜੇ ਕਢਾ ਕੇ ਕਿਸਮ ਦੀ ਚੋਣ ਕਰਾਈ। ਉਹ ਬੁੱਢੀ ਨਹੀਂ, ਤੁਹਾਡੇ ਸਾਹਮਣੇ ਹੈ। ਜੇ ਮਮਤਾ ਦੇ ਤੁਸੀਂ ਰਿਕਾਰਡ ਕੱਢ ਲਓ ਚੋਣਾਂ ਦੇ ਵੇਲੇ ਦਾ, ਚੋਣਾਂ ਤੋਂ 3 ਮਹੀਨੇ ਬਾਅਦ ਤੱਕ ਦਾ, ਉਦੋਂ ਬਾਅਦ 3 ਮਹੀਨਿਆਂ ਤੋਂ ਬਾਅਦ ਦਾ ਹੁਣ ਤੱਕ ਦਾ ਰਿਕਾਰਡ ਕੱਢ ਲਓ, ਤੁਹਾਨੂੰ ਪਤਾ ਲੱਗ ਜਾਊ ਮਮਤਾ ਬੈਨਰਜੀ ਕਿੰਨਾ ਕੁ ਬੋਲੀ ਹੈ ਸਮਾਜਿਕ ਮੁੱਦਿਆਂ ਤੇ, ਰਾਸ਼ਟਰੀ ਮੁੱਦਿਆਂ ਤੇ, ਜਾਂ ਫਿਰ ਆਰਥਿਕ ਮੁੱਦਿਆਂ ਤੇ, ਜਾਂ ਜ਼ਿਆਦਤੀ ਜਿਹੜੀ ਹੁੰਦੀ ਆ ਲੋਕਾਂ ਨਾਲ ਹੱਕਾਂ ਦੇ ਲੜਾਈ ਉੱਤੇ, ਉਹ ਨਹੀਂ ਬੋਲਦੀ। ਕਿਉਂਕਿ ਹਰੇਕ ਨੂੰ ਇੱਥੇ ਛੱਡੋ ਤੁਸੀਂ ਉਹਨਾਂ ਦੀ ਗੱਲ, ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ। ਜਿਹੜਾ ਸੰਦੋਆ ਸੀ, ਸੰਦੋਆ ਕਿਉਂ ਗਿਆ ਸੀ? ਉਹਨੇ ਆਪ ਬਿਆਨ ਦਿੱਤਾ ਸੀ, ਕਹਿੰਦਾ ਜੇ ਮੈਂ ਨਾ ਜਾਂਦਾ ਤਾਂ ਮੈਨੂੰ 3 ਸਾਲ ਜੇਲ੍ਹ 'ਚ ਰਹਿਣਾ ਪੈਣਾ ਸੀ, ਕਿਉਂਕਿ ਖਨਨ 'ਚ ਉਹਦਾ ਨਾਮ ਸੀ। ਸੱਚ ਝੂਠ ਤਾਂ ਬਾਅਦ 'ਚ ਆਉਣਾ ਸੀ। ਕੈਪਟਨ ਨੇ ਉਹ ਸੁਖਪਾਲ ਖਹਿਰੇ ਹੋਰਾਂ ਦੇ ਪਿੱਛੇ ਈਡੀ ਲਾਉਣ ਦਾ ਧਮਕੀ ਦਿੱਤੀ ਸੀ, ਆਪਣਾ ਪ੍ਰਗਟ ਸਿੰਘ ਹੋਰਾਂ ਦੇ ਪਿੱਛੇ, ਜਦੋਂ ਮਾੜਾ ਜਿਹਾ ਬੋਲਣ ਲੱਗੇ ਸੀ। ਸੋ ਇਹ ਅੱਜ ਸਰਕਾਰੀ ਤਾਕਤਾਂ ਨੂੰ, ਕੇਂਦਰ ਦੀ ਬੀਜੇਪੀ ਤਾਂ ਵਰਤਦੀ ਹੋਈ ਈਡੀ ਨੂੰ ਹਰ ਪਾਸੇ ਲਾ ਦਿੰਦੀ ਹੈ, ਹਰ ਪਾਸੇ ਸੀਬੀਆਈ ਨੂੰ ਲਾ ਰਹੀ ਹੈ। ਸੋ ਇਸ ਕਰਕੇ ਆਪਾਂ ਇੰਨਾ ਭੁਲੇਖਾ ਨਾ ਰੱਖੀਏ। ਜਿਹੜਾ ਜਿੰਨਾ ਮਰਜ਼ੀ ਇਮਾਨਦਾਰ ਹੋਵੇ, ਜੇ ਸਰਕਾਰ ਚਾਹੇ ਵੀ ਇਹਨੂੰ ਐਨ ਬੇਈਮਾਨ ਸਾਬਤ ਕਰਨਾ, ਉਹ ਬੇਈਮਾਨ ਸਾਬਤ ਕਰ ਸਕਦੀ ਹੈ। ਕਿਉਂ? ਕਿਉਂਕਿ ਉਹਦੇ ਤੇ ਕੇਸ ਬਣਾ ਦਿਓ। ਕੇਸ ਤਾਂ ਪੁਲਿਸ ਨੇ ਬਣਾਉਣਾ ਹੈ ਨਾ, ਝੂਠਾ ਬੰਦਾ ਗਵਾਹ ਖੜਾ ਕਰ ਦਿਓ, ਉਹ 2 ਗਵਾਹੀਆਂ ਦੇ ਦੇਣਗੇ ਪੱਕਾ ਵੀ ਜੇ ਸਾਡੇ ਸਾਹਮਣੇ ਹੋਇਆ ਸਭ ਕੁਝ, ਹੋਰ ਕੋਈ ਲੋੜ ਹੀ ਨਹੀਂ। ਸਾਡੇ ਕਾਨੂੰਨ ਜਿਹੜਾ ਹੈਗਾ, ਜਿਹੜਾ ਸਾਡਾ ਫੌਜਦਾਰੀ ਕਾਨੂੰਨ ਹੈ CRPC, ਉਹਦੇ ਵਿੱਚ ਹੈ ਹੀ ਇਹੀ ਕੁਛ ਵੀ ਗਵਾਹੀਆਂ ਚਾਹੀਦੀਆਂ ਨੇ ਜੀ। ਗਵਾਹੀਆਂ 2 ਬੰਦੇ ਡਟ ਕੇ ਦੇ ਦੇਣਗੇ ਹਾਂਜੀ ਸਾਡੇ ਸਾਹਮਣੇ ਹੋਇਆ ਇਹ। ਨਹੀਂ ਤਾਂ ਮੋਰਲ ਐਲੀਗੇਸ਼ਨ ਲਾ ਦਿਓ, ਨਹੀਂ ਤਾਂ ਕਹਿ ਦਿਓ ਵੀ ਜੇ ਜਾਤ ਪਾਤ ਦਾ ਲਾ ਦਿਓ ਵੀ ਮੈਨੂੰ ਇਸ ਨੇ ਆਹ ਕਿਹਾ ਆਹ ਕਿਹਾ। ਐਲੀਗੇਸ਼ਨ ਲਾਉਣੇ ਕੋਈ ਔਖੇ ਕੰਮ ਨਹੀਂ, ਤੇ ਉਹਨੂੰ ਸਾਬਤ ਕਰਨਾ ਵੀ ਹੁਣ ਕੋਈ ਔਖਾ ਕੰਮ ਨਹੀਂ ਹੈ। ਕਹਿੰਦੇ ਇੱਥੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਲਿਖਿਆ ਹੈ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ, ਕਾਜੀ ਹੋਏ ਬਹਿ ਕਰੇ ਨਿਆਏ, ਕਾਜੀ ਹੋਏ ਬਹਿ ਕਰੇ ਨਿਆਏ, ਵੱਡੀ ਲੈ ਕੇ ਹੱਕ ਗਵਾਏ, ਜੇ ਪੁੱਛੇ ਤਾਂ ਪੜ੍ਹ ਸੁਣਾਏ। ਕਹਿੰਦਾ ਕਾਜੀ ਮਤਲਬ ਉਦੋਂ ਕਾਜੀ ਨਿਆਂ ਕਰਦੀ ਸੀ ਨਾ ਬਾਬੇ ਵੇਲੇ, ਤਾਂ ਵੀ ਕਾਜੀ ਬਹਿ ਜਾਂਦਾ ਆਪਦੇ ਤਖਤ ਤੇ, ਕਹਿੰਦਾ ਮੈਂ ਇਨਸਾਫ ਕਰ ਰਿਹਾ, ਪੈਸੇ ਲੈ ਕੇ। ਕਹਿੰਦਾ ਉਹ ਪੈਸੇ, ਵੱਡੀ ਦਾ ਮਤਲਬ ਵੱਡੀ ਕੋਈ ਕੱਢਾ ਪੈਸਾ ਨਹੀਂ ਹੈ, ਕਿਸੇ ਜੋਰ ਹੋਰ ਕੋਈ ਭਾਈ ਭਤੀਜਾਵਾਦ ਕੁਛ ਵੀ ਹੈ, ਵੱਡੀ ਤਾਂ ਸਾਰੀ ਵੱਡੀ ਹੀ ਹੈ। ਵੱਡੀ ਲੈ ਕੇ ਹੱਕ ਗਵਾਏ, ਦੂਜੇ ਦੇ ਹੱਕ ਦਾ ਉਲਟ ਕੰਮ ਕਰ ਦਿੰਦਾ ਹੈ, ਕਿਉਂਕਿ ਉਹਨੂੰ ਕੋਈ ਲਾਲਚ ਹੈ। ਵੱਡੀ ਦਾ ਮਤਲਬ ਲਾਲਚ ਹੈ ਉੱਥੇ, ਵੱਡੀ ਦਾ ਮਤਲਬ ਇਕੱਲੇ ਪੈਸੇ ਨਹੀਂ, ਲਾਲਚ, ਕਿਸੇ ਲਾਲਚ ਦੇ ਤਹਿਤ ਉਹਦੇ ਤੇ ਮੈਂ ਆਊਂਗਾ। ਤੇ ਫੇਰ ਕਹਿੰਦਾ ਜੇ ਕੋਈ ਪੁੱਛਦਾ, ਉਹ ਕਹਿੰਦਾ ਕਿਤਾਬ ਐਂ ਕਹਿੰਦੀ ਹੈ ਕਾਨੂੰਨ ਦੀ, ਜੇ ਸਾਡੇ ਕੁਛ ਨਹੀਂ ਹੋ ਰਿਹਾ ਤਾਂ ਦੱਸ ਦਿਓ। ਥਾਣੇ ਵੀ ਇਹੀ ਕੁਛ ਕਰ ਰਹੇ ਨੇ, ਅਦਾਲਤਾਂ 'ਚ ਵੀ ਬਹੁਤੇ ਵਾਰੀ ਇਹੀ ਕੁਛ ਹੋ ਰਿਹਾ। ਸੋ ਇਸ ਕਰਕੇ ਜਿਹੜਾ ਹੈਗਾ ਲਾਲਚ ਦੇ ਬਾਰੇ ਕਿਹਾ, ਜਾਂ ਲਬਤਾ ਨੇ ਕਿਹਾ, ਲਬਤਾ ਕੂੜਾ ਨੇ ਕਿੱਚਰ ਚੱਟ ਲੰਘਾਈ ਹੈ, ਛੱਪੜ ਟੁੱਟੇ ਮੇ। ਜਦ ਲਾਲਚ 'ਚ ਇਹ ਫਸੇ ਹੋਏ ਨੇ ਤਾਂ ਇਹਨਾਂ ਦਾ ਪਾਰਟੀਆਂ ਨਾਲ, ਦੇਸ਼ ਨਾਲ, ਕੌਮ ਨਾਲ, ਸੂਬੇ ਨਾਲ ਕਿੱਥੋਂ ਪਿਆਰ ਹੋਣਾ ਹੈ? ਇਨਸਾਫ ਨਾਲ ਕਿੱਥੋਂ ਪਿਆਰ ਹੋਣਾ ਹੈ? ਇਨਸਾਨੀਅਤ ਨਾਲ ਕਿੱਥੋਂ ਪਿਆਰ ਹੋਣਾ? ਇਹਨਾਂ ਦਾ ਲਾਲਚ ਹੈ। ਉਹ ਕਿੰਨਾ ਕੁ ਚਿਰ ਰਹੂਗਾ ਟੁੱਟੇ ਛੱਪੜ ਥੱਲੇ ਮੀਂਹ 'ਚ? ਕਿੰਨਾ ਕੁ ਚਿਰ ਤੁਸੀਂ ਖੜ ਸਕਦੇ ਹੋ? ਆਖਰ ਪਾਣੀ ਗਿਰਨਾ ਹੀ ਗਿਰਨਾ। ਸੋ ਇਸ ਕਰਕੇ ਇਹ ਕੋਈ ਵੱਡੀ ਗੱਲ ਨਹੀਂ ਹੈ ਵੀ ਇਹਨਾਂ ਨੂੰ ਲਾਲਚ ਦਿੱਤਾ ਗਿਆ ਹੋਵੇ। ਔਰ ਇਹ ਵੀ ਕੋਈ ਅਤਕਥਨੀ ਨਹੀਂ ਹੈ ਕਿ ਇਹਨਾਂ ਨੇ ਇੱਕ ਕਹਿੰਦੇ ਨੇ ਪ੍ਰੀਐਮਪਟ ਵੀ ਉਹ ਬੰਦਾ ਕੋਈ ਤੁਰਿਆ ਆਉਂਦਾ ਹੈ, ਉਹ ਬੰਦਾ ਹੈਗਾ ਹੈ ਜਿਹੜਾ ਮੇਰੇ ਵਰਗਾ ਜਾ ਰਿਹਾ ਹੋਏਗਾ ਅੰਨਾ, ਉਹ ਸੋਚਦਾ ਵੀ ਮੈਨੂੰ ਅੰਨਾ ਨਾ ਕਹਦੇ, ਉਹਨੂੰ ਕਹਿੰਦਾ ਨਾ ਉਹ ਨਾ ਕਹਦੇ ਵੀ ਇੱਕ ਨੇਤਰਾ ਨਾ ਕਹਦੇ ਵੀ ਤੂੰ ਇੱਕ ਅੱਖ ਤੋਂ ਕਾਣਾ, ਕਾਣਾ ਕਹਿੰਦੇ ਨੇ ਉਹਨੂੰ, ਇੱਕ ਅੱਖ ਤੋਂ ਜਿਹੜਾ ਹੋਏ ਕਾਣਾ ਨਾ ਕਹਦੇ, ਉਹਨੂੰ ਪਹਿਲਾਂ ਕਹਿੰਦਾ ਤੂੰ ਤਾਂ ਅੰਨਾ। ਸੋ ਇਹ ਵੀ ਕੋਈ ਵੱਡੀ ਗੱਲ ਨਹੀਂ ਵੀ ਪਹਿਲਾਂ ਹੀ ਅੰਨਾ ਕਹਿਣ ਦੀ ਗੱਲ ਹੋਵੇ। ਪਰ ਜਿੱਥੋਂ ਤੱਕ ਸਵਾਲ ਹੈ ਬੀਜੇਪੀ ਦਾ, ਉਹ ਸੱਚੀ ਮੁੱਚੀ ਤੋੜਨ ਨੂੰ ਫਿਰਦੀ ਹੈ, ਕਿਉਂਕਿ ਉਹਦਾ 2024 ਤੇ ਅੱਖ ਹੈ। 2024 ਵਾਸਤੇ ਚਾਹੁੰਦੀ ਹੈ ਵੀ ਸੂਬੇ 'ਚ ਸਾਡੀ ਸਰਕਾਰ ਹੋਵੇ, ਤੇ
ਆਪ ਵਾਲੇ ਉਹਦੇ ਨਿਸ਼ਾਨੇ ਤੇ ਤਾਂ ਨੇ, ਆਪਾਂ ਦੇਖੀਏ ਉੱਥੇ ਉਹਨਾਂ ਦੀ ਸ਼ਰਾਬ ਨੀਤੀ ਤੇ ਹੋਰ ਤੇ। ਜੇ ਤੁਸੀਂ ਸ਼ਰਾਬ ਨੀਤੀ ਤੇ ਜਾਂ ਹੋਰ ਤੇ, ਮੈਂ ਨਹੀਂ ਕਹਿੰਦਾ ਉੱਥੇ ਹੇਰਾਫੇਰੀ ਨਹੀਂ ਹੋਈ ਹੋਣੀ, ਮੈਂ ਨਹੀਂ ਕਹਿੰਦਾ ਉੱਥੇ ਕੋਈ ਗੈਰ ਕਾਨੂੰਨੀ ਨਹੀਂ ਹੋਇਆ ਹੋਣਾ, ਫਿਰ ਤੁਸੀਂ ਆਪਦਾ ਵੀ ਜਿੰਨੇ ਤੁਸੀਂ ਤਾਂ ਰਫੇਲ ਦੇ ਵਿੱਚ ਇਹ ਕਹਤਾ ਵੀ ਤਾਂ ਦੇਸ਼ ਦੇ ਕਾਨੂੰਨ ਨੂੰ ਖਤਰਾ ਹੋ ਜੂ ਜੇ ਇਹ ਦੇਖਿਆ ਵੀ ਗਿਆ, ਫਿਰ ਤੁਸੀਂ ਆਪਦੇ ਵੀ ਤਾਂ ਇਨਵੈਸਟੀਗੇਟ ਕਰਾ ਲਓ ਨਾ ਵੀ ਤੁਸੀਂ ਕੀ ਕਰਦੇ ਹੋ। ਕੋਈ ਇਤਰਾਜ਼ ਨਹੀਂ, ਕਰਾਓ। ਫਿਰ ਤੁਸੀਂ ਜਿਹੜੇ ਵੈਂਟੀਲੇਟਰ ਜਿਹੜੇ ਲੋਕਾਂ ਵਾਸਤੇ ਖਰੀਦੇ ਸੀ ਗੁਜਰਾਤ 'ਚ PM ਕੇਅਰ 'ਚ, ਉਹਦੀ ਕਰਾ ਲਓ ਇਨਵੈਸਟੀਗੇਸ਼ਨ, ਕਿਉਂ ਨਹੀਂ ਕਰਾਉਂਦੇ? ਉਹ ਤਾਂ ਸ਼ਰੇਆਮ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਕਰਦੇ ਸੀ ਨਾ। ਇੱਥੇ ਤਾਂ ਪੈਸੇ ਦਾ ਖੇਡ ਹੋਇਆ, ਉੱਥੇ ਤਾਂ ਨਾਲ ਪੈਸੇ ਦੇ ਨਾਲ ਨਾਲ ਜ਼ਿੰਦਗੀ ਦਾ ਵੀ ਖੇਡ ਹੋਇਆ ਸੀ। ਫਿਰ ਤੁਸੀਂ ਕਰਾ ਲਓ ਇਨਵੈਸਟੀਗੇਸ਼ਨ। ਸੋ ਜਦ ਤੁਸੀਂ ਇਹ ਕਰ ਲਿਆ ਵੀ ਆਪਾਂ ਆਪਦੇ ਨੂੰ ਨਹੀਂ ਕੁਝ ਕਹਿਣਾ, ਅੰਨਾ ਵੰਡੇ ਸੀਰ ਨਹੀਂ, ਮੁੜ ਆਪਣਿਆਂ ਨੂੰ ਦੇ, ਤੁਸੀਂ ਆਪਣਿਆਂ ਨੂੰ ਹੀ ਸਾਰੇ ਅਹੁਦੇ ਦੇਣੇ ਨੇ, ਆਪਣਿਆਂ ਨੂੰ ਹੀ ਤੁਸੀਂ ਸਾਰਾ ਕੁਝ ਦੇਣਾ, ਤੇ ਫਿਰ ਠੀਕ ਹੈ। ਫਿਰ ਇਹ ਤਾਂ ਇਹੀ ਹੈ, ਅੰਧੇਰ ਨਗਰੀ ਚੌਪਟ ਰਾਜਾ। ਡਾਕਟਰ ਸਾਹਿਬ, ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਚਲੋ ਕਿਰਦਾਰ ਦੀ ਗੱਲ ਤਾਂ ਅੱਜ ਭੁੱਲ ਹੀ ਜਾਣ ਸਿਆਸਤ ਦੇ ਵਿੱਚ, ਖਾਸ ਕਰਕੇ ਕਿ ਕਿਸ ਤਰ੍ਹਾਂ ਦਾ ਕਿਰਦਾਰ ਆਏਗਾ, ਪਰ ਜਦੋਂ ਗੱਲ ਆਉਂਦੀ ਹੈ ਕਿ ਦਲ ਬਦਲੂ ਕਾਨੂੰਨ ਬਣਾ ਦਿਓ ਜਾਂ MLAs ਨੂੰ ਰੋਕਣ ਦਾ ਜ਼ਰੀਆ ਕੀ ਹੈ? ਲੋਕਾਂ ਨੇ ਤਾਂ ਚੁਣ ਕੇ ਭੇਜਦੇ, ਹੁਣੇ ਤਾਂ ਲੋਕਾਂ ਦੇ ਨਾਲ ਵੀ ਧੋਖਾ ਆ। ਨਹੀਂ, ਉਹ ਹੈਗੇ ਨੇ, ਦਲ ਬਦਲੂ ਕਾਨੂੰਨ ਤਾਂ ਗਲਤ ਬਣਾਇਆ ਗਿਆ ਸੀ। ਉਹ ਦੇਖਣ ਨੂੰ ਇਹ ਬਣਾਇਆ ਗਿਆ ਸੀ, ਉਹ ਪਾਰਟੀਆਂ ਦੀ ਤਾਕਤਬੰਦੀ ਸੀ ਉਹਦੇ ਨਾਲ। ਕਿਉਂਕਿ ਦਲ ਬਦਲੂ ਕਾਨੂੰਨ ਦੇ ਵਿੱਚ ਕੀ ਹੈ, ਪਾਰਟੀ ਦਾ ਲੀਡਰ ਤੁਹਾਨੂੰ ਹੁਕਮ ਕਰ ਸਕਦਾ ਵੀ ਇਸ ਪਾਸੇ ਵੋਟ ਪਾਉਣੀ ਹੈ ਜੀ, ਤੇ ਉਹ ਫਿਰ ਉਹਨੂੰ ਵੋਟ ਪਾਉਣੀ ਪਊ ਜਾਂ ਫਿਰ ਛੱਡਣਾ ਪਊਗਾ। ਜੇ ਤਾਂ ਲਾਲਚ ਹੋਵੇ, ਜਿਵੇਂ ਧਰਮਵੀਰ ਗਾਂਧੀ ਨੇ ਨਾ ਪਾਰਟੀ ਛੱਡੀ, ਨਾ ਉਹਨਾਂ ਦੇ ਹੱਕ 'ਚ ਬੋਲੇ, ਉਲਟ ਬੋਲਦੇ ਰਹੇ ਨੇ, ਕਿਉਂਕਿ ਉਹਨਾਂ ਨੂੰ ਆਏ ਸੀ ਵੀ ਸਾਡੇ 4 ਨੇ ਉੱਥੇ MP 4 ਰਹਿਣ, ਚਲੋ ਇਹੀ ਚੰਗਾ। ਧਰਮਵੀਰ ਗਾਂਧੀ ਨੂੰ ਇਹ ਸੀ ਵੀ ਮੇਰੀ MPਸ਼ਿਪ ਜਾਊਗੀ ਜੇ ਮੈਂ ਐਂ ਛੱਡਿਆ। ਸੋ ਦੋਨਾਂ ਨੂੰ ਇਹ ਕੰਮ ਫਿੱਟ ਆਉਂਦਾ ਸੀ। ਇੱਦਾਂ ਹੀ ਜਿਹੜਾ ਸੁਖਪਾਲ ਖਹਿਰੇ ਉਹਨਾਂ ਨੇ ਛੱਡੀ ਸੀ ਆਪ, ਧਰਮਵੀਰ ਗਾਂਧੀ ਨੇ ਚੋਣ ਵੀ ਲੜੀ ਸੀ ਪਾਰਟੀ ਬਣਾ ਕੇ, ਭਾਵੇਂ ਉਹ ਪੂਰੀ ਤਰ੍ਹਾਂ ਪਾਰਟੀ ਨਹੀਂ ਸੀ, ਉਹੀ ਗੁੱਟ ਜਿਹਾ ਬਣਾ ਕੇ ਹੋਰ ਕਰਕੇ, ਪਰ ਹੁਣ EC ਨੂੰ ਨਹੀਂ ਪਤਾ ਸੀ ਵੀ ਜਦ ਬੰਦੇ ਚੋਣ ਲੜਦੇ ਨੇ ਵੱਖਰੀ ਹੈ, ਉਹ ਉਹਨਾਂ ਦਾ ਲੀਡਰ ਹੈ ਤੇ ਉਹਨੂੰ ਕੁਝ ਨਹੀਂ ਕਿਹਾ, ਕਿਉਂਕਿ EC ਵੀ ਇਹੀ ਸਮਝਦਾ ਸੀ ਵੀ ਠੀਕ ਆ, ਕੋਈ ਗੱਲ ਨਹੀਂ, ਚੱਲਣ ਦਿਓ। ਇੱਥੇ ਵੀ ਇਹੀ ਹੋਇਆ। ਸੁਖਪਾਲ ਖਹਿਰੇ ਹੋਰਾਂ ਨੂੰ ਤਾਂ ਸ਼ਰੇਆਮ ਚੋਣ ਲੜੀ ਸੀ, ਤੇ ਸੁਖਪਾਲ ਖਹਿਰੇ ਹੋਰਾਂ ਨੂੰ ਨੇ ਐਂਡ 'ਚ ਆ ਕੇ ਅਸਤੀਫਾ ਦਿੱਤਾ ਆਪਦਾ। ਪਹਿਲਾਂ ਕਿਉਂ ਨਹੀਂ ਹੋਇਆ ਇਹ? ਕਿਉਂਕਿ ਆਪ ਵਾਲਿਆਂ ਨੂੰ ਇਹ ਸੀ ਵੀ ਜੇ ਇਹਨਾਂ ਦਾ ਸੱਚੀ ਮੁੱਚੀ ਰਸਮੀ ਤੌਰ ਤੇ ਅਸਤੀਫਾ ਮਨਜ਼ੂਰ ਹੋ ਗਿਆ ਸਪੀਕਰ ਵੱਲੋਂ, ਤੇ ਫਿਰ ਅਸੀਂ ਵਿਰੋਧੀ ਧਿਰ ਦੇ ਨੇਤਾ ਨਹੀਂ ਰਹਿਣੇ, ਕਿਉਂਕਿ ਫਿਰ 15 ਤੋਂ ਘੱਟ ਜਾਣੇ ਸੀ, 15 ਅਕਾਲੀਆਂ ਦੇ ਸੀ, ਫਿਰ ਅਕਾਲੀਆਂ ਨੇ ਬਣ ਜਾਣਾ ਸੀ। ਜੇ ਦੂਜੇ ਜਿਹੜੇ ਉਹ ਸੀਗੇ, ਉਹ ਕਹਿੰਦੇ ਜੀ ਅਸੀਂ ਛੱਡ ਕੇ ਯਾਰ ਕੱਲ੍ਹ ਨੂੰ ਕੋਈ ਹੋਰ ਨਾ ਪੰਗਾ ਪਵੇ, MLA ਦੀ ਸਹੂਲਤਾਂ ਹੀ ਮਾਨੀ ਜਾਓ, ਤਨਖਾਹ ਹੀ ਲਈ ਜਾਓ। ਸੋ ਇਸ ਕਰਕੇ ਦੋਨੇ ਧਿਰਾਂ ਦੇ ਲਾਲਚ ਸੀ। ਜਦ ਦੋਨੇ ਧਿਰਾਂ ਦੇ ਲਾਲਚ ਇਸ ਗੱਲ ਤੇ ਆ ਕੇ ਖੜ ਗਏ, ਔਰ ਸਪੀਕਰ ਉਹਨਾਂ ਦਾ ਆਪਣਾ ਸਪੀਕਰ ਨੇ ਨਿਰਪੱਖ ਹੋਣ ਦੀ ਬਜਾਏ ਫੈਸਲੇ ਕੀ ਯਾਰ ਕੱਢੀ, ਪੰਜਾਬ 'ਚ ਨਹੀਂ ਹੋਇਆ ਇਹ, ਕਿੰਨੀਆਂ ਅਸੈਂਬਲੀ 'ਚ ਹੋਇਆ, ਪੂਰੀ ਦੀ ਪੂਰੀ ਟਰਮ ਹੀ ਲੰਘਾ ਦਿੰਦੇ ਨੇ ਫੈਸਲਾ ਕਰਨ ਦੀ ਬਜਾਏ। ਸੋ ਇਸ ਕਰਕੇ ਉਹ ਜਿਹੜਾ ਦਲ ਬਦਲੂ ਕਾਨੂੰਨ ਹੈ, ਉਹਨੇ ਨੁਕਸਾਨ ਜ਼ਿਆਦਾ ਕਰਿਆ, ਉਹਨੇ ਕੋਈ ਉਹ ਨਹੀਂ ਕਰਿਆ। ਜੇ ਉਹਦੇ 'ਚ ਇਹ ਪ੍ਰਾਵਧਾਨ ਪਾਇਆ ਹੁੰਦਾ ਵੀ ਜਿਹੜਾ ਵੀ ਆਪਦੀ ਪਾਰਟੀ ਦੀ ਟਿਕਟ ਤੇ ਲੜਿਆ, ਉਹ ਜੇ ਕਿਸੇ ਪਾਰਟੀ ਦੇ ਨਾਲ ਦੂਜੀ ਨਾਲ ਜਾਂਦਾ ਹੈ ਤਾਂ ਉਹਦੀ MLAਸ਼ਿਪ ਖਾ ਦਿਓ, ਪਹਿਲਾ ਕੰਮ ਇਹ ਹੋਵੇ। ਹਾਲਾਂਕਿ ਉਹਦੇ 'ਚ ਵੀ ਬਹੁਤ ਕੁਝ ਹੁੰਦਾ। ਜੀਤ ਮਹਿੰਦਰ ਸਿੱਧੂ ਨੇ ਤਲਵੰਡੀ ਸਾਬੋ ਤੋਂ ਕਾਂਗਰਸ ਦੀ ਟਿਕਟ ਤੇ ਜਿੱਤ ਕੇ ਉਹ ਅਕਾਲੀਆਂ 'ਚ ਰਲਿਆ, ਕਿਉਂਕਿ ਉਹਨੇ ਆਪਦਾ ਕਾਲਜ ਚਲਾਉਣਾ ਸੀ, ਤੇ ਉਹਨੇ ਪਰ ਅਸਤੀਫਾ ਦਿੱਤਾ ਸੀ, ਦੁਬਾਰਾ ਉਹੀ ਸੀਟ ਫਿਰ ਜਿੱਤ ਲਈ। ਪਰ ਉਹਦੇ 'ਚ ਤਾਂ ਚਲੋ ਫਿਰ ਵੀ ਲੋਕਾਂ ਨੇ ਵੋਟ ਪਾਈ ਹੈ। ਪਰ ਜੇ ਇਹ ਹੋ ਜਾਏ ਵੀ ਜਿਹੜਾ ਬੰਦਾ ਦੂਜੀ ਪਾਰਟੀ ਜਾਏਗਾ, ਕਿਉਂਕਿ ਟਿਕਟਾਂ ਬਹੁਤੀਆਂ ਪਾਰਟੀਆਂ ਨੂੰ ਪੈਂਦੀਆਂ ਨੇ, ਵੋਟਾਂ ਤਾਂ ਪਾਰਟੀ ਦੇ ਨਾਂ ਤੇ ਮੰਗੀਆਂ ਜਾਂਦੀਆਂ ਨੇ, ਸੋ ਜੇ ਉਹ ਛੱਡੇਗਾ ਤਾਂ ਦੂਜੀ ਪਾਰਟੀ ਦੇ ਵਿੱਚ ਜਾਣ ਕਰਕੇ ਉਸ ਨੂੰ ਆਪਦੀ ਚੋਣ ਆਟੋਮੈਟਿਕ ਰੱਦ ਹੋ ਜਾਏਗੀ, ਦੁਬਾਰਾ ਚੋਣ ਹੋਏਗੀ। ਪਹਿਲੀ ਗੱਲ ਇਹ, ਤਾਂ ਫਿਰ ਕੁਛ ਨਾ ਕੁਛ ਹੋ ਸਕਦਾ। ਦੂਜਾ, ਜਿਹੜਾ ਬੰਦਾ ਦਲ ਬਦਲ ਲਿਆ, ਉਸ ਨੂੰ ਉਹਦੇ 'ਚ ਕੋਈ ਰੂਲ ਹੋਵੇ ਕਿ 2 ਸਾਲ ਜਾਂ 1 ਸਾਲ ਉਹਨੂੰ ਕੋਈ ਵਜ਼ੀਰੀ ਨਹੀਂ ਮਿਲ ਸਕੇਗੀ, ਸੌਖਾ ਹੋ ਸਕਦਾ। ਪਰ ਇਹ ਗੱਲਾਂ ਤਾਂ ਹੈ ਨਹੀਂ ਨਾ, ਇਹ ਤਾਂ ਕਿਉਂਕਿ ਇਹ ਤਾਂ ਫਿਰ ਉਹਨਾਂ ਨੂੰ ਨੁਕਸਾਨ ਕਰਦੀਆਂ ਨੇ। ਫਿਰ ਜੇ ਲੋਕ ਰੀਕਾਲ ਕਰਨ ਦਾ ਲੋਕਾਂ ਨੂੰ ਅਧਿਕਾਰ ਹੋਵੇ, ਅਸੀਂ ਵਾਪਸ ਬੁਲਾਉਣਾ, ਹਾਲਾਂਕਿ ਉਹਦੇ ਬਹੁਤ ਸਾਰੀਆਂ ਤਕਲੀਫਾਂ ਹੋ ਸਕਦੀਆਂ ਨੇ, ਕਿਉਂਕਿ ਲੜਾ ਕਰਕੇ ਜਿੱਦ ਮਰਜ਼ੀ ਰੋਜ਼ ਹੀ ਵਾਪਸ ਬੁਲਾਉਣ ਲੱਗ ਜਾਓ। ਆਹ ਸਰਪੰਚੀ 'ਚ ਇਹੀ ਕਰਿਆ ਸੀ। ਸਰਪੰਚੀ ਜਦ ਸੀ ਮੈਂਬਰਾਂ ਦੇ ਸਹਾਰੇ ਕਰਨੀ ਸ਼ੁਰੂ ਕਰਤੀ ਸੀ, ਉਹ ਕੋਰਟ 'ਚ ਕੇਸ ਹੀ ਇੰਨੇ ਹੋ ਗਏ ਜਿਹਦਾ ਹਿਸਾਬ ਹੀ ਕੋਈ ਨਹੀਂ, ਕਿਉਂਕਿ ਆਪਾਂ ਨੂੰ ਪਤਾ ਹੀ ਹੈ, ਜੇ ਅਸੀਂ ਆਖੇ ਕਿਰਦਾਰ ਕੱਢੇ ਸਿਆਸਤਦਾਨ ਦਾ ਨਹੀਂ, ਉਹ ਥੱਲੇ ਤੱਕ ਨਹੀਂ ਹੈ। ਆ ਕੱਲ੍ਹ ਹੀ ਇੱਕ ਲੱਗੀ ਹੋਈ ਸੀ ਵੀ ਇੱਕ ਬੰਦੇ ਦੇ ਘਰੇ ਕਾਰ ਖੜੀ ਹੈ ਤੇ ਉਹਦੇ ਅੱਗੇ ਉਹ ਰਾਸ਼ਨ ਵੰਡਣ ਜਾ ਰਹੇ ਨੇ, ਨਾਲ ਉੱਥੇ ਚਿੱਟ ਲਾ ਦਿੱਤੀ ਹੈ ਵੀ ਇਹ ਗਰੀਬਾਂ ਦਾ ਰਾਸ਼ਨ ਵਾਲਾ ਘਰ ਹੈ। ਜਿਹਦੇ ਅੱਗੇ ਘਰ ਦੇ ਅੰਦਰ ਕਾਰ ਹੈ, ਜੇ ਉਹ ਗਰੀਬਾਂ ਦੇ ਰਾਸ਼ਨ ਵਾਲਾ ਘਰ ਜਾਂਦਾ ਹੈ, ਉਹਦੇ ਉੱਤੇ ਚਿੱਟ ਲੱਗ ਜਾਏ, ਉਹਨੂੰ ਕੋਈ ਸ਼ਰਮ ਨਹੀਂ, ਉਹ ਬੋਰੀ ਲਈ ਐਂ ਖੜੇ ਨੇ। ਤੇ ਫਿਰ ਆਪਾਂ ਨੂੰ ਪਤਾ ਹੀ ਲੱਗ ਗਿਆ ਨਾ ਵੀ ਲੋਕਾਂ ਦੀ ਸ਼ਰਮ ਕਿੰਨੀ ਕੁ ਹੈ। ਇਹ ਵੀ ਤਾਂ ਕੋਈ ਸ਼ਰਮ ਦਾ ਕੋਈ ਕਾਨੂੰਨ ਨਹੀਂ ਸਭ ਕੁਛ ਹਟਾਉਂਦਾ ਹੁੰਦਾ। ਪਿੰਡਾਂ ਦੇ ਵਿੱਚ ਕਿੰਨਾ ਕੁ ਥਾਣਾ ਬੈਠਾ ਹੁੰਦਾ, ਪਿੰਡਾਂ 'ਚ ਕਿੰਨੀ ਕੁ ਪੱਤ ਲੁੱਟੀ ਜਾਂਦੀ ਹੈ ਲੋਕਾਂ ਦੀ। ਸ਼ਹਿਰਾਂ 'ਚ ਜ਼ਿਆਦਾ ਇਹੋ ਜਿਹੇ ਕੰਮ ਹੁੰਦੇ ਨੇ, ਪਿੰਡਾਂ 'ਚ ਸਹਿਮਤੀ ਨਾਲ ਤਾਂ ਕੁਛ ਹੋ ਜਾਵੇ, ਧੱਕੇ ਨਾਲ ਬਹੁਤ ਘੱਟ ਹੁੰਦਾ।
ਇੱਥੇ ਕਿਉਂਕਿ ਉੱਥੇ ਕਿਹੜਾ ਪੁਲਿਸ, ਉੱਥੇ ਕਿੰਨੀਆਂ ਚੋਰੀਆਂ ਰੋਜ਼ ਹੁੰਦੀਆਂ ਨੇ, ਕਿੰਨੇ ਡਾਕੇ ਰੋਜ਼ ਵੱਜਦੇ ਨੇ ਪਿੰਡਾਂ 'ਚ, ਸ਼ਹਿਰਾਂ 'ਚ ਰੋਜ਼ ਹੀ ਚੋਰੀਆਂ ਹੁੰਦੀਆਂ। 2 ਘੰਟੇ ਘਰ ਤੁਹਾਡਾ ਸੁੰਨਾ ਛੱਡ ਕੇ ਨਾਲ ਦੀ ਨਾਲ ਛੱਤ ਪਾੜੀ ਹੁੰਦੀ ਹੈ ਕਿਸੇ ਨੇ। ਸੋ ਇਸ ਕਰਕੇ ਜਦ ਵੀ ਸਮਾਜ ਚੱਲਦਾ ਹੈ, ਸਮਾਜ ਆਪਦੇ ਜਿਹਨੂੰ ਆਪਾਂ ਕਹਿੰਦੇ ਨੈਤਿਕਤਾ ਦੇ ਆਧਾਰ ਤੇ ਜ਼ਿਆਦਾ ਚੱਲਦਾ ਹੈ। ਕਾਨੂੰਨ ਉਹਦੇ ਵਿੱਚ ਹੈ ਵਿਗੜਿਆਂ ਤਿਗੜਿਆਂ ਵਾਸਤੇ, ਕਹਿੰਦੇ ਡੰਡਾ ਯਾਰ ਹੈ ਵਿਗੜਿਆਂ ਤਿਗੜਿਆਂ ਦਾ। ਪਰ ਜੇ ਸਾਰਾ ਦਰਿਆ ਹੀ, ਸਾਰਾ ਤਲਾਬ ਹੀ ਗੰਦਲਾ ਹੋ ਜੇ, ਫਿਰ ਉਹਦੇ ਵਿੱਚ ਤੁਸੀਂ ਵਿਗੜੇ ਤਿਗੜੇ ਨੂੰ ਕਿਵੇਂ ਲੱਭੋਗੇ? ਫਿਰ ਤਾਂ ਸਾਰਾ ਹੀ ਗੰਦਲਾ ਹੋਇਆ। ਜੇ ਸਾਰਾ ਗੰਦਲਾ ਹੋਇਆ ਹੋਵੇ, ਉਹਨੂੰ ਠੀਕ ਕਰਨ ਦਾ ਨਵਾਂ ਤਰੀਕਾ ਲੱਭਣਾ ਪੈਂਦਾ। ਇੱਕ ਮੈਂ ਛੋਟੀ ਜੀ ਤੁਹਾਨੂੰ ਸੁਣਾਉਣਾ, ਇਤਿਹਾਸ ਦੇ ਵਿੱਚ ਸਾਡੇ ਸਾਹਮਣੇ ਹੈ। ਇੱਕ ਔਜਿਨਜ਼ ਸਟੇਬਲ ਸੀਗੇ, ਅਸਤਬਲ ਸੀਗਾ ਰਾਜੇ ਦਾ। ਉਹ ਬੜਾ ਉਹਦੇ 'ਚ ਗੋਹਾ ਹੋਰ ਗੰਦ ਪਿਆ, ਜਿਹੜਾ ਉਹਨੇ ਇਹਨਾਂ ਵਾਂਗੂ ਵੀ ਆਹ ਕਰਾ ਲਓ ਜੀ, ਆਹ ਗੰਗਾ ਸਾਫ਼ ਕਰਨੀ ਆ ਜੀ, ਹੁਣ ਫਲਾਣਾ ਕਰਨਾ ਜੀ, ਉਹਦੇ ਵਾਸਤੇ ਪੈਸੇ ਪੂਸੇ ਖਰਚੀ ਗਿਆ ਰਾਜਾ, ਕੁਛ ਨਾ ਹੋਇਆ। ਫਿਰ ਕੋਈ ਬੰਦਾ ਆਇਆ ਤੁਹਾਡੇ ਵਰਗਾ, ਉਹ ਕਹਿੰਦਾ ਮੈਂ ਕਰ ਦਿੰਦਾ। ਉਹਨੇ ਦੇਖ ਲਿਆ ਆਪਦੇ ਵੀ ਇੱਥੋਂ ਐਂ ਹੋ ਸਕਦਾ। ਰਾਜਾ ਕਹਿੰਦਾ ਕਰ ਦੇ। ਕਹਿੰਦਾ ਇਸ ਤੋਂ ਬਾਅਦ ਖਾਲੀ ਕਰਨਾ ਪਊਗਾ 1 ਹਫ਼ਤੇ ਵਾਸਤੇ। ਕਹਿੰਦਾ ਕਰਤਾ ਖਾਲੀ, ਹੁਕਮ ਹੋ ਗਿਆ ਕਰ ਦੇ। ਕਹਿੰਦਾ ਮੈਂ ਜੋ ਕਹਾਂ ਉਹ ਕਰਨਾ ਪਊ। ਕਹਿੰਦਾ ਕਰੀ ਜਾਈਂ। ਉੱਥੇ ਦਰਿਆ ਵਗਦਾ ਸੀ ਨੇੜੇ, ਉਹਨੇ ਉਹ ਦਰਿਆ ਦਾ ਨੱਕਾ ਇੱਧਰ ਨੂੰ ਮੋੜਤਾ, ਦਰਿਆ ਦਾ ਸਾਰਾ ਪਾਣੀ ਇੱਕ ਵਾਰੀ ਅਸਤਬਲ ਦੀ ਕੰਧ ਢਾਈ, ਉਹਦੇ ਵਿੱਚੋਂ ਦੀ ਕੱਢਤਾ। ਉਹ ਸਾਰਾ ਗੋਹਾ ਗਾਹ ਬਹਾ ਕੇ ਲੈ ਗਿਆ, ਅੱਗੇ ਮੁੜ ਕੇ ਉੱਧਰ ਹੀ ਪਾਤਾ ਅੰਦਰ। ਜਿਵੇਂ ਆਪਣੇ ਆਹ ਮਕੇਰੀਆਂ ਹਾਈਡਲ ਚੈਨਲ ਹੈ, ਜਾਂ ਜਿਵੇਂ ਆਪਾਂ ਕਈ ਵਾਰ ਦਰਿਆ ਦੇ ਉੱਤੇ ਇੱਕ ਬਣਾ ਲੈਂਦੇ ਵੀ ਇੱਧਰ ਹੀ ਪਾਣੀ, ਆਹ ਘਰਾਟਾਂ ਦੇ ਉੱਤੇ ਹੀ ਹੁੰਦਾ, ਪਾਣੀ ਇੱਕ ਪਾਸੇ ਲੰਘ ਕੇ ਦੂਜੇ ਪਾਸੇ ਜਾਂਦਾ। ਜਿਹੜੇ ਮਾਈਕਰੋ ਪਾਵਰ ਪਲਾਂਟ ਲੱਗੇ ਨੇ, ਆਹ ਨਦਾਮਪੁਰ ਲੱਗਿਆ ਹੋਇਆ, ਰੋਟੀ ਲੱਗਿਆ ਹੋਇਆ, ਹੀ ਆ ਪਾਣੀ ਨੂੰ ਐਂ ਮੋੜ ਕੇ ਗਾਂ ਮੁੜਕੀ ਵਿੱਚ ਪਈ ਜਾਂਦਾ। ਸੋ ਉਹਨੇ ਸਾਫ਼ ਕਰਤਾ। ਹੁਣ ਉਹ ਨਹੀਂ ਸਾਫ਼ ਹੋਣਾ ਸੀ। ਇੱਦਾਂ ਹੀ ਇੱਥੇ ਜਿਹੜਾ ਸਾਫ਼ ਕਰਨ ਦੀ ਗੱਲ ਹੈ ਅੱਜ ਸਿਆਸਤ ਨੂੰ, ਉਹ ਅੱਜ ਇੱਕ ਲਹਿਰ ਦੀ ਲੋੜ ਹੈ। ਇਹ ਐਂ ਇਕੱਲੇ ਨਾਲ ਨਹੀਂ ਹੋਣੀ ਜੇ ਆਪਾਂ ਦੇਖੀਏ। ਸੋ ਉਹਦੇ ਵਿੱਚ ਲੋਕਾਂ ਕੋਲ ਜ਼ਰੂਰ ਇਹ ਅਧਿਕਾਰ ਹੋਣਾ ਚਾਹੀਦਾ ਕਿ ਜੇ ਉਹ ਕੰਮ ਨਹੀਂ ਕਰਦਾ ਤਾਂ ਉਹਨੂੰ ਵਾਪਸ ਬੁਲਾ ਸਕਣ। ਤੇ ਬਾਕੀ ਖਰੀਦੋ ਫਰੋਖਤ ਦੇ ਵਿੱਚ ਤਾਂ ਇਸ ਹਮਾਮ 'ਚ ਸਾਰੇ ਇੱਕੋ ਜਿਹੇ ਨੇ। ਹੁਣ ਡਾਕਟਰ ਸਾਹਿਬ ਇੱਕ ਹੋਰ ਗੱਲ ਹੈ ਨਾ ਕਿ ਲੋਕ ਆਪਣੇ ਨੁਮਾਇੰਦਿਆਂ ਨੂੰ ਚੁਣ ਲੈਂਦੇ ਨੇ, ਐਮਐਲਏ ਵਿਕਾਊ ਹੋ ਜਾਂਦੇ ਨੇ, ਜਿਹੜੇ ਨੁਮਾਇੰਦੇ ਸਰਕਾਰਾਂ ਤੱਕ ਵਿਕਾਊ ਹੋ ਜਾਂਦੀਆਂ। ਜ਼ਰੂਰੀ ਨਹੀਂ ਕਿ ਇੱਕ ਦੂਜੇ ਦੀ ਸਰਕਾਰ ਤੋੜਨਾ ਹੀ ਆ, ਜਾ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਮਤਲਬ ਕਿ ਗੰਢ ਧੁੱਪ ਹੋ ਜਾਂਦੀ ਹੈ ਮਾਫੀਏ ਦੇ ਨਾਲ, ਫਿਰ ਉਸ ਤਰੀਕੇ ਨਾਲ ਸਰਕਾਰ ਚੱਲਦੀ ਰਹਿੰਦੀ ਹੈ। ਪਰ ਇਹਦੇ ਵਿੱਚ ਲੋਕਾਂ ਦਾ ਕਸੂਰ ਕੀ ਹੈ? ਲੋਕ ਵਿਚਾਰੇ ਕੀ ਕਰਨ? 5 ਸਾਲ ਫੇਰ ਉਹੀ ਹਾਲ ਹੁੰਦਾ। ਨਾ ਤਾਂ ਚੋਣ ਕਮਿਸ਼ਨ ਨੇ ਇਹਦੇ ਤੇ ਕੁਝ ਕਰਨਾ ਹੈ, ਨਾ ਅਦਾਲਤਾਂ ਨੇ ਕੋਈ ਨੋਟਿਸ ਲੈਣਾ। ਜੋ ਚੱਲਦਾ ਚੱਲਣ ਤੋਂ, ਜਿਹਨੇ 5 ਸਾਲ ਲੁੱਟ ਲਿਆ, ਫਿਰ ਗਾਂ ਵਾਲੇ ਦੀ ਸਰਕਾਰ ਆ ਜਾਏਗੀ, ਉਹ ਵੀ ਉਸੇ ਤਰ੍ਹਾਂ ਗੋਂਗਲੋਂ ਤੋਂ ਮਿੱਟੀ ਝਾੜਦੇ ਰਹਿਣਗੇ ਜਿਵੇਂ ਹੁਣ ਵਾਲੇ ਝਾੜਦੇ ਨੇ। ਬਸ ਇਹੀ ਕੰਮ ਚੱਲੀ ਜਾਣਾ। ਕੋਈ ਤੇ ਹੱਲ, ਕੋਈ ਤੇ ਅੰਤਮ ਹੱਲ ਹੋਣਾ ਚਾਹੀਦਾ ਇਹਦਾ। ਬਿਲਕੁਲ ਠੀਕ ਕਿਹਾ ਤੁਸੀਂ। ਇਹਨਾਂ ਦੀ ਤਾਂ ਉਹੀ ਗੱਲ ਹੈ ਜੋ ਤੁਸੀਂ ਕਹੀ ਹੈ, ਉੱਤਰ ਕਾਟੋ ਮੈਂ ਚੜ੍ਹਾਂ। ਤੇ ਇਹ ਤਾਂ ਕਹਿੰਦੇ ਨੇ, ਮੈਂ ਆਪ ਕਾਂਗਰਸੀਆਂ ਨੂੰ ਕਹਿੰਦੇ ਸੁਣਿਆ ਵੀ ਦੇਖੋ ਪਹਿਲਾਂ ਤੁਸੀਂ ਰਾਜ ਕਰਦੇ ਸੀ, ਅਸੀਂ ਤੁਹਾਨੂੰ ਕੁਛ ਨਹੀਂ ਕਿਹਾ, ਤੁਸੀਂ ਜੋ ਕਰਦੇ ਸੀ ਮਨਜ਼ੂਰ ਸੀ। ਹੁਣ ਅਸੀਂ ਕਹਿੰਦੇ ਹਾਂ, ਹੁਣ ਜੇ ਆਪ ਪਾਰਟੀ ਨੇ ਆਪਦੇ ਹਲਕਾ ਇੰਚਾਰਜ ਲਾਏ ਹੋਏ ਨੇ, ਹਲਕਾ ਇੰਚਾਰਜ ਤਾਂ ਕੋਈ ਲੀਗਲ ਟਰਮ ਨਹੀਂ ਨਾ, ਉਹ ਐਮਐਲਏ ਦੀ ਬਜਾਏ ਵਿਰੋਧੀ ਪਾਰਟੀ ਦਾ ਚੁਣਿਆ ਹੋਇਆ ਐਮਐਲਏ, ਉੱਥੇ ਉਹਦੀ ਸੁਣੀ ਨਹੀਂ ਜਾਂਦੀ, ਹਲਕਾ ਇੰਚਾਰਜ ਦੀ ਸੁਣੀ ਜਾਂਦੀ ਹੈ। ਜੇ ਇਸ ਤਰ੍ਹਾਂ ਦਾ ਕੰਮ ਹੋਣਾ ਹੈ, ਜੇ ਜਿਹੜੇ ਨੈਸ਼ਨਲ ਫੰਕਸ਼ਨ ਨੇ ਜਾਂ ਸੂਬੇ ਦੇ ਕੋਈ ਹੈਗੇ ਨੇ ਫੰਕਸ਼ਨ, ਉਤਸਵ ਨੇ, ਉਹਦੇ ਵਿੱਚ ਵਿਰੋਧੀ ਪਾਰਟੀਆਂ ਦੇ ਐਮਐਲਏ ਨੂੰ ਜਾਂ ਵਿਰੋਧੀ ਧਿਰ ਦੇ ਨੇਤਾ ਨੂੰ ਵੀ ਨਹੀਂ ਬੁਲਾਉਣਾ, ਤਾਂ ਫਿਰ ਗੱਲ ਤਾਂ ਕੋਈ ਕਿਤੇ ਘੱਟ ਨਹੀਂ ਹੈ। ਫਿਰ ਤਾਂ ਸਾਰਾ ਇੱਕੋ ਜਿਹਾ ਹੀ ਹੈ ਨਾ। ਫਿਰ ਤੁਸੀਂ ਕਿਵੇਂ ਕਹੋਗੇ? ਨੈਤਿਕਤਾ ਇੱਕ ਜਗ੍ਹਾ ਤੇ ਨਹੀਂ ਹੁੰਦੀ, ਨੈਤਿਕਤਾ ਸਾਰੇ ਪਾਸੇ ਹੁੰਦੀ ਹੈ। ਕਹਿਣਾ ਬੜਾ ਸੌਖਾ ਹੈ, ਨੈਤਿਕਤਾ ਦੇ ਵਿੱਚ ਤੁਹਾਨੂੰ ਕਾਫੀ ਕੁਝ ਦੇਖਣਾ ਪੈਂਦਾ। ਜਿਹੜਾ ਤੁਸੀਂ ਕਹਿੰਦੇ ਹੋ ਲੋਕ ਕਿੱਧਰ ਨੂੰ ਜਾਣ, ਇਹ ਜਿਹੜੇ ਹੈਗੇ ਨਾ ਵੀ ਆਏ ਜੀ ਗਏ ਜੀ, ਬਿਲਕੁਲ ਠੀਕ ਹੈ ਤੁਹਾਡੀ ਗੱਲ, ਵੀ ਉਹ ਰਲ ਵੀ ਜਾਂਦੇ ਨੇ ਵੀ ਚੱਲ ਸਾਨੂੰ ਕੁਛ ਨਾ ਕਹੋ, ਅਸੀਂ ਜੋ ਤੁਸੀਂ ਕਹੋਗੇ। ਕੈਪਟਨ ਦੀ ਸਰਕਾਰ ਤੇ ਇਹੀ ਦੋਸ਼ ਲੱਗਦੇ ਸੀ ਵੀ ਦਿੱਲੀ ਨਾਲ ਰਲੀ ਹੋਈ ਹੈ, ਜੋ ਦਿੱਲੀ ਚਾਹੁੰਦੀ ਹੈ ਉਹ ਕਰ ਦਿੰਦਾ, ਉਹ ਮੁੜ ਕੇ ਜਾ ਕੇ ਬੀਜੇਪੀ ਨਾਲ ਰਲ ਵੀ ਗਿਆ। ਸੋ ਇਹ ਗੱਲ ਠੀਕ ਹੈ ਤੁਹਾਡੀ, ਇਹ 'ਚ ਕੋਈ ਸ਼ੱਕ ਨਹੀਂ ਹੈ। ਔਰ ਕਈ ਅਧਿਕਾਰੀਆਂ ਨੂੰ ਵੀ ਇੱਦਾਂ ਹੀ ਦਬਾਇਆ ਜਾਂਦਾ ਵੀ ਤੁਸੀਂ ਆਹ ਕਰੋ, ਨਹੀਂ ਤਾਂ ਫਿਰ ਅਸੀਂ ਐਂ ਕਰਾਂਗੇ। ਪਰ ਲੋਕ ਜਿਹੜੇ ਨੇ, ਅਸੀਂ ਅਸਲ 'ਚ ਜਿੱਥੇ ਮੈਨੂੰ ਲੱਗਦਾ ਇਹ ਸਵਾਲ 'ਚ ਨੁਕਸ ਕਿੱਥੇ ਹੈ, ਦੇਖਣ ਨੂੰ ਸਵਾਲ ਬੜਾ ਠੀਕ ਲੱਗਦਾ ਵੀ ਲੋਕ ਕੀ ਕਰਨ। ਲੋਕ ਇਸ ਗੰਧਲੇਪਨ 'ਚ ਜੇ ਡਾਕਟਰ ਮਰੀਜ਼ ਦਾ ਇਲਾਜ ਕਰਦੇ ਨਹੀਂ ਤੇ ਅਸੀਂ ਕਹੀ ਜੀ ਫਿਰ ਲੋਕ ਕੀ ਕਰਨ? ਲੋਕ ਫਿਰ ਇੱਕ ਲਹਿਰ ਚਲਾਉਣ ਵੀ ਇਹੋ ਜਿਹੇ ਡਾਕਟਰ ਸੀ ਕਰਨੇ ਕੀ ਨੇ, ਜਿਹੜਾ ਪੈਸੇ ਲਏ ਤੋਂ ਬਿਨਾਂ ਕੰਮ ਹੀ ਨਹੀਂ ਕਰਦਾ ਜਾਂ ਜਾਣ ਕੇ ਨਹੀਂ ਕਰਦਾ। ਪਰ ਜੇ ਕੋਈ ਇੱਕ ਇਕੱਲਾ ਵਿਅਕਤੀ ਜਾ ਕੇ ਬਤੋ ਉਹਦੇ ਮੁਕੱਦਮਾ ਕਰ ਦੂ ਡਾਕਟਰ ਤੇ, ਕੋਈ ਕਿਸੇ ਨੂੰ ਕੁੱਟ ਦੂਗਾ, ਜਿਹੜਾ ਕਿ ਕੁੱਟਣਾ ਵੈਸੇ ਹੀ ਗਲਤ ਹੁੰਦਾ ਹੈ। ਕੋਈ ਉਹੀ ਨਜਾਇਜ਼ ਹੀ ਉਹਦੇ ਤੋਂ ਰੋਹ ਪਾਉਣ ਲੱਗ ਜੂਗਾ ਕਿਉਂਕਿ ਉਹਦੀ ਮਰਜ਼ੀ ਦਾ ਕੰਮ ਨਹੀਂ ਕਰਿਆ, 25 ਦੀ 26 ਨਹੀਂ ਬਣਾਈ। ਸੋ ਫਿਰ ਤਾਂ ਜ਼ਿਆਦਾ ਭ੍ਰਾਂਤੀਆਂ ਪੈਦਾ ਹੋ ਜਾਣਗੀਆਂ। ਆ ਹੁਣ ਇਹੀ ਕੁਛ ਹੋ ਰਿਹਾ। ਸੋ ਜੇ ਲੋਕ ਲਹਿਰ ਹੋਊਗਾ ਕਿਸਾਨੀ ਅੰਦੋਲਨ 'ਚ, ਮੈਂ ਇੱਕ ਤਾਂ ਦਿੰਦਾ ਇਹਦੀ ਉਦਾਹਰਨ, ਕਿਸਾਨੀ ਅੰਦੋਲਨ 'ਚ ਦੱਸੋ ਕਿੰਨੇ ਕੁ ਕਰੋਨਾ ਨਾਲ ਉੱਥੇ ਬਾਰਡਰ 'ਤੇ ਮਰੇ ਸੀ? ਕੱਢ ਲੈਣ। ਦਿੱਲੀ ਦੀ ਸਰਕਾਰ, ਹਰਿਆਣੇ ਦੀ ਸਰਕਾਰ ਸੀ ਨਾ, ਉੱਥੇ ਤਾਂ ਪੰਜਾਬ ਦੀ ਸਰਕਾਰ ਨਹੀਂ ਸੀ। ਮੈਕਸਿਮਮ ਬੰਦੇ ਪੰਜਾਬ ਦੇ ਬੈਠੇ ਸੀ, ਉਹ ਦੱਸਦੇ ਨੇ ਵੀ ਇੰਨੇ ਕਰੋਨਾ ਦੇ ਹੋ ਗਏ ਸੀ ਜੀ ਉੱਥੇ। ਦਿੱਲੀ 'ਚ ਕਰੋਨਾ ਫੈਲਿਆ ਹੋਇਆ ਸੀ, ਹਰਿਆਣੇ 'ਚ ਫੈਲਿਆ ਹੋਇਆ ਸੀ।
ਔਰ ਹਰਿਆਣੇ 'ਚ ਪੰਜਾਬ ਨਾਲੋਂ ਜ਼ਿਆਦਾ ਕੇਸ ਸੀਗੇ, ਦਿੱਲੀ 'ਚ ਬਹੁਤ ਜ਼ਿਆਦਾ ਸੀਗੇ, ਮੌਤਾਂ ਵੀ ਬਹੁਤ ਹੋਈਆਂ ਨੇ। ਦੂਜਾ, ਉੱਥੇ ਕਿੰਨੀਆਂ ਕੁ ਕੁੜੀਆਂ ਦੀ ਅਸਮਤ ਲੁੱਟੀ ਗਈ, ਇਹ ਦੱਸ ਦੇਣ। ਤੀਜਾ, ਉੱਥੇ ਕਿੰਨੇ ਕੁ ਨਸ਼ੇ ਫੈਲੇ, ਇਹ ਦੱਸ ਦੇਣ। ਉੱਥੇ ਕਿੰਨੇ ਕੁ ਕਤਲ ਕਰੇ ਗਏ ਇੱਕ ਦੂਜੇ ਨਾਲ ਲੜਾਈਆਂ 'ਚ, ਇਹ ਦੱਸ ਦੇਣ। ਇਸ ਗੱਲ ਦੇ ਬਾਵਜੂਦ ਵੀ ਉੱਥੇ ਨੈਟ ਇਹਨਾਂ ਨੇ ਬੰਦ ਕਰਿਆ, ਕਿੱਲੇ ਇਹਨਾਂ ਨੇ ਲਾਤੇ ਉੱਥੇ। ਪਾਣੀ 'ਚ ਲੋਕਾਂ ਦੇ ਦੋਸ਼ ਨੇ ਵੀ ਜ਼ਹਿਰ ਲਾਈ। ਉੱਥੇ ਦੱਸਿਆ ਗਿਆ ਵੀ ਗੁੰਡੇ ਭੇਜੇ ਗਏ, ਉੱਥੇ ਦੱਸਿਆ ਗਿਆ ਵੀ ਅਸੀਂ ਕੁੜੀਆਂ ਭੇਜੀਆਂ, ਉੱਥੇ ਦੱਸਿਆ ਗਿਆ ਵੀ ਚੋਰੀਆਂ ਕਰਾਈਆਂ ਗਈਆਂ, ਉੱਥੇ ਦੱਸਿਆ ਗਿਆ ਹਥਿਆਰ ਭੇਜੇ ਗਏ। ਉੱਥੇ ਬੰਦਾ ਅਦਮ ਹੋਇਆ ਕਰਕੇ ਟੰਗਿਆ ਗਿਆ ਪੁਲਿਸ ਦੇ ਬੈਰੀਕੇਡ ਤੇ, ਪਰ ਫਿਰ ਵੀ ਉਹ ਅੰਦੋਲਨ ਨੂੰ ਨਹੀਂ ਤੋੜ ਸਕੇ। ਜਦ ਲੋਕ ਖੜੇ ਹੁੰਦੇ ਨੇ, ਉਹੀ ਕਿਸਾਨ ਜਦ ਇੱਥੇ ਚੋਣਾਂ 'ਚ ਆਉਂਦੇ ਨੇ, ਕਿਉਂਕਿ ਫਿਰ ਉਹ ਧਿਰ ਬਣ ਗਏ, ਸਿਆਸੀ ਬਣ ਗਏ, ਲੋਕਾਂ ਨੇ ਮੂੰਹ ਨਹੀਂ ਲਾਇਆ। ਉਹੀ ਚਡੂਨੀ, ਉਹੀ ਰਾਜੇਵਾਲ ਸਾਹਿਬ, ਸਭ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ। ਜੇ ਕਿਸੇ ਦੀ ਬਚੀ ਹੈ ਤਾਂ ਦੱਸ ਦਿਓ। ਜਿੱਥੇ ਰਾਜੇਵਾਲ ਦਾ ਐਡਾ ਵੱਡਾ ਕੱਦ ਸੀ, ਉਹ ਕਿੱਥੇ ਗਿਆ? ਸੋ ਲੋਕ ਤਾਂ ਆਪਦੀ ਵਾਰੀ ਨੂੰ, ਜਦ ਉਹਨਾਂ ਦੀ ਵਾਰੀ ਆਉਂਦੀ ਆ, ਆਪਦੇ ਵੱਲੋਂ ਚੰਗਾ ਕਰ ਦਿੰਦੇ ਨੇ। ਉਹਨਾਂ ਨੇ ਕਰ ਵੀ ਦਿੱਤਾ ਹਰ ਵਾਰੀ, ਪਰ ਸਵਾਲ ਇਹ ਲੋਕਾਂ ਦੇ ਸਾਹਮਣੇ ਕੋਈ ਵਿਕਲਪ, ਉਹ ਵਿਕਲਪ ਹੁਣ ਜੇ ਅਸੀਂ ਆਖੀਏ ਵੀ ਕੋਈ ਬੰਦਾ ਪਾਰਟੀ ਬਣਾ ਲੈਣਾ। ਅੱਜ ਮੈਂ ਤੁਹਾਨੂੰ ਹੋਰ ਵੀ ਦੱਸਦਾ, ਬੜੇ ਲੋਕ ਕਹਿੰਦੇ ਨੇ, ਮੈਨੂੰ ਸਵੇਰੇ ਵੀ ਫੋਨ ਆ ਰਹੇ ਸੀ, ਡਾਕਟਰ ਸਾਹਿਬ ਕੋਈ ਇੱਦਾਂ ਦਾ ਬਣਾਉਣਾ ਚਾਹੀਦਾ, ਐਂ ਕਰਨਾ ਚਾਹੀਦਾ। ਪਹਿਲਾਂ ਵੀ ਮੈਨੂੰ ਬਥੇਰੇ ਕਹਿੰਦੇ ਸੀ। ਇੱਕ ਵਾਰੀ ਮੇਰੇ ਕੋਲ ਆਏ ਬੜੇ ਮੁਅੱਜ਼ਜ਼ ਬੰਦੇ ਕਿ ਡਾਕਟਰ ਸਾਹਿਬ ਅਸੀਂ 5 ਬੰਦੇ ਚੁਣੇ ਨੇ, ਜਿਨ੍ਹਾਂ 'ਚ ਇੱਕ ਤੁਸੀਂ ਹੋ, ਹੈਂ, ਤੇ ਵੀ ਆਪਾਂ ਨਾ ਇਹ ਪਾਰਟੀ ਬਣਾ ਕੇ ਚੋਣਾਂ ਐ, ਤੁਹਾਨੂੰ ਅਸੀਂ ਲੀਡ ਕਰਕੇ ਚੱਲਦੇ ਹਾਂ ਸਾਰੇ ਉਸ 'ਚ, ਵੀ ਆਪਾਂ ਪਾਰਟੀ ਇਹ ਹੋਊਗੀ। ਮੈਂ ਕਿਹਾ ਤੁਸੀਂ ਮੇਰਾ ਨਾਂ ਛੱਡੋ, ਬਾਕੀ 5 ਨੂੰ ਲੈ ਲਓ, ਜਿਹੜੇ 4 ਨੇ ਉਹਨਾਂ 'ਚ ਇੱਕ ਹੋਰ ਪਾ ਲਓ। ਤੇ ਮੈਂ ਸੁਜੈਸਟ ਵੀ ਕਰਦਾ ਵੀ ਇਹੋ ਜਿਹੇ ਬੰਦੇ ਹੈਗੇ ਨੇ ਜਿਹੜੀ ਚੋਣ, ਮੈਂ ਚੋਣ ਲੜਨ ਵਾਲਾ ਬੰਦਾ ਹੀ ਨਹੀਂ। ਨਾ ਮੈਂ ਚੋਣ ਲੜਨੀ ਆ, ਨਾ ਮੈਂ ਕੋਈ ਅਹੁਦਾ ਲੈਣਾ, ਨਾ ਮੈਂ ਕੁਝ ਹੋਰ ਕਰਨਾ। ਮੈਂ ਤਾਂ ਕਿਉਂਕਿ ਜਿਹੜੀ ਗੱਲ ਗਲਤ ਹੁੰਦੀ ਆ ਉਹਨੂੰ ਟੋਕਣਾ। ਜੇ ਮੈਂ ਉਹਨੂੰ ਟੋਕਣਾ ਤਾਂ ਮੈਂ ਚੋਣਾਂ ਨਹੀਂ ਲੜਨੀਆਂ। ਚੋਣਾਂ ਲੜਨ ਵਾਲੇ ਹੋਰ ਬਥੇਰੇ ਨੇ। ਸੋ ਮੇਰਾ ਕਹਿਣ ਦਾ ਮਤਲਬ ਸਿਰਫ ਇੰਨਾ ਹੈ ਵੀ ਜੇ ਤਾਂ ਕੋਈ ਕਹੇ ਵੀ ਕੋਈ ਨਵੀਂ ਪਾਰਟੀ ਬਣ ਕੇ ਸ਼ਾਇਦ ਆ ਜਾਓ, ਆਮ ਆਦਮੀ ਪਾਰਟੀ ਨਵੀਂ ਬਣੀ ਸੀ ਨਾ, ਤੇ ਇਹਦਾ ਜਿਹੋ ਜਿਹਾ ਸ਼ਾਸਨ ਹੈਗਾ ਆਪਣੇ ਸਾਹਮਣੇ ਹੀ ਹੈ ਨਾ। 55 ਬੰਦੇ ਤਾਂ ਇਹਨਾਂ ਚੋਂ ਟੁੱਟ ਕੇ ਆਏ ਹੋਏ ਨੇ ਦੂਜਿਆਂ ਚੋਂ। ਜੇ ਉਹ ਦੂਜਿਆਂ ਚੋਂ ਟਿਕਟ ਲੈਣ ਵਾਸਤੇ ਟੁੱਟ ਕੇ ਆ ਗਏ ਤੇ ਅੱਜ ਉਹ ਵਿਕਣਗੇ ਕਿਉਂ ਨਹੀਂ? ਆਮ ਆਦਮੀ ਪਾਰਟੀ ਨੂੰ ਪਹਿਲਾਂ ਨਹੀਂ ਪਤਾ ਸੀ ਵੀ ਜਿਹੜਾ ਕੈਡਰ ਤਾਂ ਤੁਹਾਡੇ ਨਾਲ ਖੜਾ ਰਿਹਾ ਉਹਨੂੰ ਤਾਂ ਤੁਸੀਂ ਟਿਕਟਾਂ ਨਹੀਂ ਦੇ ਰਹੇ, ਜਿਹੜਾ ਤੁਹਾਡੇ ਫੇਰ ਕਹਾ ਮੰਤਰੀਸ਼ਿਪ ਦੇਣ ਵੇਲੇ ਵੀ ਇਹੀ ਕੁਝ ਕਰਿਆ, ਵੀ ਜਿਹਨਾਂ ਕੋਲ ਸਭ ਤੋਂ ਜ਼ਿਆਦਾ ਕਾਬਲੀ ਸੀ ਉਹਨਾਂ ਨੂੰ ਦਿੱਤੀ ਨਹੀਂ। ਫਿਰ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਨਾ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਸੋ ਇਸ ਕਰਕੇ ਇਹ ਜਿਹੜਾ ਵਿਕਣਾ ਨਾ ਵਿਕਣਾ, ਖਰੀਦਣਾ ਨਾ ਖਰੀਦਣਾ, ਇਹਦੇ ਵਿੱਚ ਅੰਦਰ ਸਮਾਇਆ ਹੋਇਆ, ਇਹਦੇ ਖੂਨ 'ਚ ਸਮਾਇਆ ਹੋਇਆ ਸਾਡੀ ਸਿਆਸਤ 'ਚ ਹੁਣ ਪਿਛਲੇ ਜਿਹੜੇ 30 ਸਾਲ 'ਚ ਹੋਈ ਹੈ। ਇਹਨੂੰ ਬਦਲਣ ਦਾ ਤਰੀਕਾ ਇਹੀ ਹੈ ਕਿ ਤੁਸੀਂ ਇਹ 'ਚੋਂ ਪਾਣੀ ਭਰ ਭਰ ਕੇ ਠੀਕ ਨਹੀਂ ਕਰ ਸਕਦੇ। ਇਹ ਤੁਹਾਨੂੰ ਇੱਕ ਮੁਫਤ ਫੈਸਲਾ ਕਰਨਾ ਪਏਗਾ। ਮੈਂ ਕਿਉਂ ਇੱਕ ਮੁਫਤ ਫੈਸਲੇ ਦੀ ਗੱਲ ਕਰਦਾ, ਕਿਉਂ ਮੈਂ ਲਹਿਰ ਦੀ ਗੱਲ ਕਰਦਾ? ਕਿਉਂਕਿ ਮੈਂ ਚਾਹੇ ਉਹ ਬਹੁਤ ਛੋਟੇ ਛੋਟੇ ਥਾਂ 'ਤੇ ਕਰਕੇ ਦੇਖਿਆ, ਉਹ ਮੈਂ ਕਰਕੇ ਦੇਖਿਆ। ਜਦ ਤੁਸੀਂ ਲਹਿਰ ਬਣਾ ਦਿੰਦੇ ਹੋ ਉਹੀ ਕੰਮ ਬਿਨਾਂ ਪੈਸਿਆਂ ਦੇ, ਬਿਨਾਂ ਕਿਸੇ ਨੂੰ ਗਾਲ ਤੋਪੜ ਕੱਢੇ, ਬਿਨਾਂ ਕਿਸੇ ਨੂੰ ਸਜ਼ਾ ਦਿੱਤੇ, ਲੋਕ ਐ ਹੁੰਮ ਕੇ ਆ ਜਾਂਦੇ ਨੇ। ਅਸੀਂ ਲਿਟਰੇਸੀ ਮੂਵਮੈਂਟ ਚਲਾਈ, ਜਿਹੜੇ ਮਾਸਟਰਾਂ ਨੂੰ ਪਤਾ ਨਹੀਂ ਕਿੰਨਾ 500 ਬੀਐਡ ਮਾਸਟਰ ਆਇਆ ਸੀ ਪੜ੍ਹਾਉਣ ਤੇ ਅਨਪੜ੍ਹਾਂ ਨੂੰ। 4 ਕਰੋੜ ਰੁਪਇਆ ਹਰ ਸਾਲ ਖਰਚ ਹੁੰਦਾ ਸੀ, ਢੇਲੇ ਦਾ ਕੰਮ ਨਹੀਂ ਹੁੰਦਾ ਸੀ। ਅਸੀਂ ਲਹਿਰ ਬਣਾਈ, ਉਹ ਚੱਲ ਪਈ। ਔਰ ਲਹਿਰ ਦੇ ਵਿੱਚ ਇੱਥੋਂ ਤੱਕ ਆ ਗਿਆ ਵੀ ਬੱਚੇ ਗੀਤ ਗਾਉਣ ਲੱਗ ਗਏ। ਖੇਡ ਖੇਡ ਵਿੱਚ ਇੱਥੇ ਸਾਰੇ ਸਿੱਖਾਂ ਤੇ ਸਿਖਾਵਾਂਗੇ, ਅਸੀਂ ਤੇ ਦੁਨੀਆ ਬਣੇ ਹਾਂ ਕਿੱਦਾਂ, ਸਮਝਾਂਗੇ ਤੇ ਸਮਝਾਵਾਂਗੇ। ਉੱਥੇ ਇਹ ਗੱਲ ਹੋਣ ਲੱਗੀ, ਤੇਰੀ ਰੋਟੀ ਕੌਣ ਖੋਈ ਜਾਂਦਾ ਹੈ। ਠੀਕ ਹੈ। ਸੋ ਜਦ ਤੁਸੀਂ ਲਹਿਰ ਬਣਾਉਂਦੇ ਹੋ, ਉਦੋਂ ਬਾਅਦ ਮੈਂ ਆ ਕਰੋਨਾ ਦੇ ਵਿੱਚ ਅਸੀਂ ਸੌਰੀ ਉਸਦਾ ਕੈਂਸਰ ਦਾ ਸਰਵੇ ਕਰਨਾ ਸੀ, ਉਹ 'ਚ ਲਹਿਰ ਬਣਾਈ, ਉਹ ਹੋ ਗਿਆ, ਉਹ ਬੜਾ ਹੀ ਸਸਤਾ ਹੋ ਗਿਆ, ਪੈਸਾ ਹੀ ਨਹੀਂ ਲੱਗਿਆ ਕੋਈ ਖਾਸ। ਸੋ ਜਦ ਤੁਸੀਂ ਲਹਿਰ ਬਣਾਉਂਦੇ ਹੋ ਉਦੋਂ ਲੋਕ ਜਿਹੜੇ ਨੇ, ਜਿਨ੍ਹਾਂ ਨੂੰ ਲੋਕ ਆਮ ਤੌਰ 'ਤੇ ਮਾੜੇ ਵੀ ਸਮਝਦੇ ਨੇ, ਜਿਨ੍ਹਾਂ ਨੇ ਇਹ ਵੀ ਸਮਝਦੇ ਇਹ ਕੰਮ ਨਹੀਂ ਕਰਕੇ ਰਾਜੀ, ਜਿਹੜੇ ਥੋੜ੍ਹੇ ਸਨਕੀ ਟਾਈਪ ਵੀ ਹੁੰਦੇ ਨੇ, ਥੋੜ੍ਹੇ ਹਰ ਤਰ੍ਹਾਂ ਦੇ ਲੋਕ ਆ ਜਾਂਦੇ ਨੇ। ਗੀਤਕਾਰ ਤੁਹਾਡੇ ਕੋਲ ਆ ਜਾਣਗੇ, ਨਾਟਕਕਾਰ ਤੁਹਾਡੇ ਕੋਲ ਆ ਜਾਣਗੇ, ਚੁਟਕਲੇ ਲਿਖਣ ਵਾਲੇ ਤੁਹਾਡੇ ਕੋਲ ਆ ਜਾਣਗੇ, ਗਿੱਧਾ ਪਾਉਣ ਵਾਲੇ ਤੁਹਾਡੇ ਕੋਲ ਆ ਜਾਣਗੇ, ਟ੍ਰੇਨਿੰਗ ਦੇਣ ਵਾਲੇ ਤੁਹਾਡੇ ਕੋਲ ਆਉਣਗੇ, ਟ੍ਰੇਨਿੰਗ ਲੈਣ ਵਾਲੇ ਤੁਹਾਡੇ ਕੋਲ ਆ ਜਾਣਗੇ, ਪੈਸੇ ਦੇਣ ਵਾਲੇ ਤੁਹਾਡੇ ਕੋਲ ਆ ਜਾਣਗੇ, ਤੇ ਖਰਚਾ ਕਰਨ ਵਾਲੇ, ਆਪਣੀਆਂ ਜਗ੍ਹਾ ਦੇਣ ਵਾਲੇ। ਮੈਂ ਲਿਟਰੇਸੀ 'ਚ ਇਹੋ ਜਿਹਾ ਦੇਖਿਆ, ਲੋਕਾਂ ਨੇ ਆਪਦੇ ਵਿਆਹ ਨਹੀਂ ਕਰਾਏ, ਲੋਕਾਂ ਨੇ ਇਮਤਿਹਾਨ ਛੱਡਤੇ ਵੀ ਨਹੀਂ ਇਹ ਬਹੁਤ ਵਧੀਆ ਮੂਵਮੈਂਟ ਹੈ। ਸੋ ਲੋਕ ਅੱਗੇ ਆਉਂਦੇ ਨੇ, ਯੁਵਕ ਅੱਗੇ ਆਉਂਦੇ। 1 ਲੱਖ ਯੁਵਕ ਨੂੰ ਅਸੀਂ ਟ੍ਰੇਨਿੰਗ ਦਿੱਤੀ ਸੀ। ਉਹਦੇ ਵਿੱਚੋਂ ਮੈਂ ਸਹੁੰ ਖਾ ਕੇ ਕਹਿ ਸਕਦਾ ਵੀ ਇੱਕ ਅੱਧਾ ਤਾਂ ਭਾਵੇਂ ਕੋਈ ਨਸ਼ਾ 'ਚ ਪਿਆ ਹੋਵੇ, ਨਹੀਂ ਉਹ 1 ਲੱਖ ਯੁਵਕ ਤਾਂ ਆਪਦੀ, ਚਾਹੇ ਉਹ ਸੈਮੀ ਲਿਟਰੇਟ ਸੀ, 8ਵੀਂ ਪਾਸ ਹੀ ਸੀ, ਉਹ ਆਪਦੀ ਰੋਟੀ ਕਮਾਉਂਦਾ, ਇਮਾਨਦਾਰੀ ਨਾਲ ਕਮਾ ਰਿਹਾ ਅੱਜ ਵੀ। ਸੋ ਟ੍ਰੇਨਿੰਗ ਬਹੁਤ ਵਧੀਆ ਕਰਦੀ ਹੈ ਜਦ ਮੂਵਮੈਂਟ ਚੱਲਦੀ ਹੈ। ਸੋ ਇਹ ਲਹਿਰ ਦੇ ਨਾਲ ਹੋਣਾ ਸੁਖਵਿੰਦਰ ਜੀ। ਜੇ ਅਸੀਂ ਆਖੀਏ ਕੋਈ ਨਵੀਂ ਪਾਰਟੀ ਬਣਦੀ ਹੈ, ਕੋਈ ਖੁੰਭਾਂ ਵਾਂਗੂ ਉੱਗਿਆ ਹੋਊਗੀ, ਉਹ ਠੀਕ ਹੈ, ਸਾਉਣ ਦੇ ਮਹੀਨੇ 'ਚ ਮੀਂਹ ਤੋਂ ਬਾਅਦ ਰੂੜੀਆਂ ਤੇ ਖੁੰਭਾਂ ਉੱਗੀ ਆਉਂਦੀਆਂ ਨੇ, ਪਰ ਉਹ ਖੁੰਭਾਂ ਜਿਹੜੀਆਂ ਨੇ ਕੁਛ ਤਾਂ ਚੰਗੀਆਂ ਹੁੰਦੀਆਂ ਨੇ, ਪਰ ਸਾਰਾ ਉਹ ਖੇਤ ਨਹੀਂ ਬਣਾ ਸਕਦੀਆਂ।
ਡਾਕਟਰ ਸਾਹਿਬ, ਜਦੋਂ ਤੁਸੀਂ ਲੋਕ ਲਹਿਰ ਦੀ ਗੱਲ ਕਰਦੇ ਹੋ, ਇਹ ਸਿਆਸੀ ਹੋਣੀ ਚਾਹੀਦੀ ਹੈ ਜਾਂ ਸਮਾਜਿਕ ਹੋਣੀ ਚਾਹੀਦੀ ਹੈ? ਕਿਉਂਕਿ ਜੇ ਸਿਆਸੀ ਲਹਿਰ ਦੇਖ ਲਓ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਮਾਜਿਕ ਲਹਿਰ ਚੋਂ ਨਿਕਲ ਕੇ ਸਿਆਸੀ ਬਣ ਗਈ, ਮੁੜ ਕੇ ਸੱਤਾ ਦਾ ਨਸ਼ਾ ਚੜ ਗਿਆ ਤੇ ਇਹ ਵੀ ਉਹਨਾਂ ਦੇ ਵਾਂਗੂ ਹੀ ਹੋ ਗਏ। ਤੇ ਜੇ ਇਦਾਂ ਹੀ ਦੀ ਲਹਿਰ ਫਿਰ ਪੰਜਾਬ ਦੇ ਵਿੱਚ ਖੜੀ ਕਰਨੀ ਹੈ ਜਾਂ ਕਿਸੇ ਵੀ ਸਟੇਟ ਦੇ ਵਿੱਚ ਜਾਂ ਮੁਲਕ ਦੇ ਵਿੱਚ ਖੜੀ ਹੋਣੀ ਆ, ਤਾਂ ਫਿਰ ਉਹਦੇ ਚ ਲੋਕਾਂ ਦਾ ਭਲਾ ਕਿੱਥੇ ਆ? ਜੇ ਸਮਾਜਿਕ ਰਹਿ ਕੇ ਕਰਨਾ ਤਾਂ ਉਹ ਸਿਆਸੀ ਜਿਹੜੇ ਮਸਲੇ ਨੇ ਉਹ ਹੱਲ ਨਹੀਂ ਹੁੰਦੇ। ਠੀਕ ਹੈ, ਗੱਲ ਤੁਹਾਡੀ ਬਹੁਤ ਜਾਇਜ਼ ਸਵਾਲ ਹੈ, ਤੁਹਾਡੀ ਚਿੰਤਾ ਜਾਇਜ਼ ਹੈ, ਪਰ ਤੁਹਾਡੀ ਉਹ ਉਮਰ ਹੈ, ਮਾਫ ਕਰਨਾ ਮੈਂ ਕਹਿ ਰਿਹਾ ਔਰ ਜ਼ਿੰਮੇਵਾਰੀ ਨਾਲ ਕਹਿ ਰਿਹਾ, ਤੁਹਾਡੀ ਉਹ ਉਮਰ ਹੈ ਜਿਨ੍ਹਾਂ ਨੇ ਲਹਿਰਾਂ ਦੇਖੀਆਂ ਨਹੀਂ। ਤੁਸੀਂ ਉਹਨਾਂ ਤੋਂ ਪੜ੍ਹੀਆਂ ਹੋ ਸਕਦੀਆਂ ਨੇ, ਤੁਸੀਂ ਦੇਖੀਆਂ ਨਹੀਂ ਵੀ ਲਹਿਰਾਂ ਕੀ ਹੁੰਦੀਆਂ। ਇਹ ਲਹਿਰ ਨਹੀਂ ਸੀ, ਇਹ ਸਟੇਜ ਮੈਨੇਜ ਡਰਾਮਾ ਸੀ। ਅੰਨਾ ਹਜ਼ਾਰੇ ਨੂੰ ਲਿਆ ਕੇ ਬਿਠਾਇਆ ਗਿਆ ਸੀ ਤੇ ਉਦੋਂ ਬਾਅਦ ਕੇਜਰੀਵਾਲ ਹੋਣਾ ਨੂੰ ਹੋ ਗਿਆ ਅਸੀਂ ਪਾਰਟੀ ਬਣਾਉਣੀ ਹੈ। ਇਹ ਕੋਈ ਲਹਿਰ ਚੋਂ ਨਹੀਂ ਨਿਕਲੀ ਪਾਰਟੀ, ਇਹ ਇੱਕ ਸੈਂਟੀਮੈਂਟ ਚੋਂ ਨਿਕਲੀ ਸੀ। ਕਰਪਸ਼ਨ ਦੂਰ ਕਰਾਂਗੇ, ਕਿੱਥੇ ਲੋਕਪਾਲ ਹੁਣ, ਕਿੱਥੇ ਅੰਨਾ ਹਜ਼ਾਰੇ ਉਹੀ ਜੋ ਇੰਨੀ ਜੋ ਬਾਬੇ ਨਾਨਕ ਇੱਥੀ ਮਾਰ ਪਈ ਕਰਾਣੇ ਤੈਂ ਕੀ ਦਰਦ ਨਾ ਆਇਆ। ਇਹਨੂੰ ਹੁਣ ਅੰਨਾ ਹਜ਼ਾਰੇ ਨੂੰ ਦਿਖਦਾ ਨਹੀਂ ਵੀ ਜੋ ਕੁਛ ਹੋ ਰਿਹਾ ਐ ਨਹੀਂ ਹੈ। ਅੰਨਾ ਹਜ਼ਾਰੇ ਖੁਦ ਹੀ RSS ਦਾ ਬੰਦਾ ਸੀ, ਉਹ ਲਹਿਰੇ ਸਾਰੇ ਬਹੁਤੇ RSS ਦੇ ਸੀ। ਕਿਰਨ ਬੇਦੀ ਉਹ BJP ਨਾਲ ਚੜੀ ਹੋ ਗਈ ਹੈ ਨਾ। ਸੋ ਉਹ ਜਿਹੜੀ ਸੀ ਉਹ ਲਹਿਰ ਨਹੀਂ ਸੀ, ਉਹ ਇੱਕ ਵਾਕਿਆ ਸੀ। ਵਾਕਿਆ ਹੁੰਦਾ ਕਿ ਜੇ ਐਕਸੀਡੈਂਟ ਹੋ ਗਿਆ, ਲੋਕ ਇਕੱਠੇ ਹੁੰਦੇ ਨੂੰ ਚੁੱਕ ਕੇ ਹਸਪਤਾਲ ਵੀ ਲੈ ਜਾਂਦੇ ਨੇ, ਥੋੜ੍ਹੀ ਦੇਰ ਚੰਗਾ ਕੰਮ ਵੀ ਕਰ ਦਿੰਦੇ ਨੇ। ਉਹ ਇੱਕ ਭਾਣਾ ਸੀ ਇੱਕ ਸਮੇਂ ਦਾ, ਉਹਦੇ 'ਚ ਉਹਨਾਂ ਨੇ ਸਿਆਸੀ ਉਹ ਫਾਇਦਾ ਲੈ ਲਿਆ। ਲਹਿਰ ਇਹ ਹੁੰਦੀ ਹੈ, ਲਹਿਰ ਸੀ ਕਿਸਾਨਾਂ ਦੀ ਜਿਹੜੀ 380 ਦਿਨ ਚੱਲੀ ਤਾਂ ਵੀ ਟਿਕ ਨਹੀਂ ਸਕੀ। ਤੁਹਾਡੇ ਸਾਹਮਣੇ ਟੁੱਟ ਗਈ ਨਾ। ਅਜੇ ਮੈਨੂੰ ਉਮੀਦ ਹੈ ਵੀ ਦੁਬਾਰਾ ਉੱਠੂਗੀ, ਇਹ ਮੈਂ ਉਮੀਦ ਖਤਮ ਨਹੀਂ ਕਰ ਰਿਹਾ, ਪਰ ਇੱਕ ਵਾਰ ਤਾਂ ਟੁੱਟ ਗਈ ਨਾ। ਤੁਹਾਡੇ ਸਾਹਮਣੇ ਹੈ ਸਾਰੀ, ਕਿਵੇਂ ਖੱਖੜੀਆਂ ਕਰੇਲੇ ਹੋਈ ਹੈ ਇਹ ਤੁਸੀਂ ਦੇਖ ਲਓ, ਕਿਵੇਂ ਇੱਕ ਦੂਜੇ ਤੇ ਦੋਸ਼ ਮੜੇ ਜਾ ਰਹੇ ਨੇ ਇਹ ਤੁਸੀਂ ਦੇਖ ਲਓ। ਸੋ ਲਹਿਰਾਂ ਐ ਨਹੀਂ ਬਣਦੀਆਂ ਹੁੰਦੀਆਂ। ਆਜ਼ਾਦੀ ਦੀ ਲਹਿਰ ਜਿਹੜਾ 57 ਦਾ ਜਿਹਨੂੰ ਕਹਿੰਦੇ ਆਜ਼ਾਦੀ ਦੀ ਪਹਿਲੀ ਲੜਾਈ ਗਦਰ, ਉਹ ਤਾਂ ਰਾਜਿਆਂ ਦੀ ਆਪਦੀ ਤਾਕਤ ਵਾਪਸ ਲੈਣ ਦਾ ਲੜਾਈ ਸੀ, ਉਹਦੇ 'ਚੋਂ ਹਾਰ ਗਏ। ਇਸੇ ਕਰਕੇ ਅੰਗਰੇਜ਼ ਨੂੰ ਗਦਰ ਕਹਿੰਦਾ ਸੀ, ਕਿਉਂਕਿ ਉਹ ਫੌਜਾਂ ਦੇ ਵਿੱਚ ਦੀ ਹੋਇਆ ਸੀ, ਉਹ ਰਾਜਿਆਂ ਨੇ ਕਰਵਾਇਆ ਸੀ। ਪਰ ਜਿਹੜੀ ਲਹਿਰ ਸੀ ਉਹ 60 ਸਾਲ ਚੱਲੀ। ਜੇ ਅਕਾਲੀ ਲਹਿਰ ਵੀ ਅਸੀਂ ਕਹਿੰਦੇ ਹਾਂ ਗੁਰਦੁਆਰਾ ਸੁਧਾਰ ਮੂਵਮੈਂਟ ਤੋਂ ਚੱਲੀ ਸੀ, 1919 ਤੋਂ ਲੈ ਕੇ 1947 ਤੱਕ ਉਹ ਚੱਲਦੀ ਰਹੀ ਹੈ। ਜੇ ਅਸੀਂ ਮੁਜ਼ਾਹਰਾ ਮੂਵਮੈਂਟ ਕਹਿੰਦੇ ਹਾਂ ਜਿਹਦੇ 'ਚ ਲੋਕਾਂ ਨੂੰ ਜ਼ਮੀਨਾਂ ਮਿਲੀਆਂ, ਉਹਦੇ 'ਚ ਵੀ ਸੇਵਾ ਸਿੰਘ ਠੀਕਰੀ ਆਪਦਾ ਪੁੱਤ ਲੱਗਿਆ ਪਟਿਆਲੇ ਨਾ, ਉਹਦੇ 'ਤੇ ਕੇਸ ਬਣਾ ਸੀ ਵੀ ਇਹਨੇ ਗੜਵੀ ਚੋਰੀ ਕਰੀ ਹੈ। ਸੋ ਜਿਹੜੀ ਉਹ ਮੁਜ਼ਾਹਰਾ ਲਹਿਰਾਂ ਚੱਲੀਆਂ, ਉਹ ਮੁਜ਼ਾਹਰਾ ਲਹਿਰਾਂ ਛੋਟੀਆਂ ਨਹੀਂ ਸੀਗੀਆਂ, ਉਹ ਵੱਟ ਤੇ ਅੱਧੋ ਅੱਧ ਦੀ ਲਹਿਰ ਸੀ ਔਰ ਬਹੁਤ ਦੇਰ ਚੱਲੀ ਹੈ। ਔਰ ਉਹਨਾਂ ਨੂੰ ਪਤਾ ਸੀ ਵੀ ਕਿੱਥੇ ਕਿਹੜਾ ਪੈਂਤਰਾ ਲੈਣਾ ਹੈ। ਮੈਂ ਉਹ ਇਤਿਹਾਸ ਪੜ੍ਹ ਰਿਹਾ ਸੀ ਉਹਨਾਂ ਦਾ, ਉਹ ਜੀ ਉਹਨਾਂ ਨੇ ਆਖਿਆ ਵੀ ਸਾਨੂੰ ਇਹ ਪਤਾ ਲੱਗ ਗਿਆ ਵੀ ਜੇ ਹੁਣ ਅਸੀਂ ਡਾਂਗ ਚਲਾਵਾਂਗੇ ਇਕੱਠੇ ਹੋ ਕੇ ਤਾਂ ਅਸੀਂ ਮਾਰੇ ਜਾਵਾਂਗੇ। ਪਰ ਇਹ ਫੈਸਲਾ ਕਰ ਲਿਆ ਵੀ ਜਦ ਤੁਹਾਡੇ ਖੇਤ 'ਚ ਵੜਨਗੇ ਉਦੋਂ ਨਾ ਪਰਵਾਹ ਕਰੋ। ਕਹਿੰਦੇ ਅਸੀਂ ਖੇਤਾਂ 'ਚ ਆਪਦਾ ਫੈਸਲਾ ਕਰ ਲਿਆ, ਹੁਣ ਇੱਥੇ ਨਹੀਂ ਵੜਨ ਦੇ, ਲੈ ਦੇਖੀ ਜੋ ਹੁੰਦਾ। ਉਹਦੇ 'ਚੋਂ ਜਿੱਤ ਗਏ। ਸੋ ਤੁਹਾਨੂੰ ਸੋਚਣਾ ਪੈਂਦਾ ਵੀ ਇੱਥੇ ਅਸੀਂ ਆਹ ਕਰਨਾ ਹੈ, ਇੱਥੇ ਆਹ ਕਰਨਾ। ਉਹ 'ਚੋਂ ਸਿੱਖਦੇ ਨੇ। ਉਹਦੇ ਵਿੱਚੋਂ ਜਿਹੜੇ ਮੁਜ਼ਾਹਰਾ ਲਹਿਰ 'ਚੋਂ ਲੋਕ ਨਿਕਲ ਕੇ ਆਏ, ਉਹਨਾਂ 'ਚੋਂ 100 ਦੇ ਵਿੱਚੋਂ ਇੱਕ ਤਾਂ ਬੇਸ਼ੱਕ ਮਾੜਾ ਨਿਕਲਿਆ ਹੋਵੇ, 99 ਚੰਗੇ ਨਿਕਲੇ ਨੇ। ਕਿਉਂਕਿ ਉਹ ਲਹਿਰ ਦੇ ਵਿੱਚ ਇੱਕ ਦੂਜੇ ਦੀ ਗੱਲ ਸੁਣਨਾ ਸਿੱਖਦੇ ਨੇ, ਉਹ ਦਾਅ ਪੇਚ ਸਿੱਖਦੇ ਨੇ, ਉਹ ਯੁੱਧ ਨੀਤੀ ਸਿੱਖਦੇ ਨੇ, ਉਹ ਬੰਦਿਆਂ ਨੂੰ ਪੜ੍ਹਨਾ ਸਿੱਖਦੇ ਨੇ, ਉਹ ਆਪਦਾ ਕਿਰਦਾਰ ਉੱਚਾ ਬਣਾਉਂਦੇ ਨੇ, ਉਹ ਕੁਰਬਾਨੀ ਕਰਨੀ ਸਿੱਖਦੇ ਨੇ, ਉਹ ਪਰਿਵਾਰਵਾਦ ਤੋਂ ਉੱਪਰ ਉੱਠਦੇ ਨੇ। ਸੋ ਇਹ ਤਾਂ ਕਿਸੇ ਤੋਂ ਵੀ ਨਹੀਂ ਉੱਚੇ ਉੱਠੇ ਗਏ। ਤੁਸੀਂ ਦੱਸੋ ਜਿਹੜੀ ਆਪ ਪਾਰਟੀ ਬਣੀ, ਉਹਨਾਂ 'ਚੋਂ ਕਿੰਨੇ ਕੁ ਸੀ ਜਿਹੜੇ ਅੰਨਾ ਹਜ਼ਾਰੇ ਦੀ ਮੂਵਮੈਂਟ ਸੀਗੇ? ਉਹ ਤਾਂ ਸਾਰੇ ਦੂਜੀਆਂ ਪਾਰਟੀਆਂ ਦੀ ਇੱਧਰ ਉੱਧਰ ਉੱਠ ਕੇ ਆਏ ਸੀ ਨਾ। ਤੇ ਆਮ ਆਦਮੀ ਪਾਰਟੀ ਦਾ ਤਾਂ ਜਿਹੜੇ LOP ਸੀ, 3 ਵਾਰੀ ਤਾਂ ਇਹਨਾਂ ਨੂੰ LOP ਬਦਲਣਾ ਪਿਆ ਸੀ। ਇਹ ਤਾਂ ਕਿਸੇ ਨੇ ਨਹੀਂ ਨਾ ਬਦਲਵਾਇਆ, ਬਾਕੀ ਤਾਂ ਚਲੋ ਮੰਨ ਲਓ। LOP ਤਾਂ 3 ਵਾਰੀ ਇਹਨਾਂ ਨੇ ਖੁਦ ਹੀ ਬਦਲਿਆ ਸੀ। ਉਹ ਜਿਹੜੇ 3 ਵਾਰੀ ਬਦਲਿਆ, ਉਹਦੇ ਵਿੱਚੋਂ ਇੱਕ ਤਾਂ BJP 'ਚ ਸਿੱਧੇ ਰਲ ਗਿਆ ਤੇ ਇੱਕ ਆਪਣਾ ਰਲਣ ਵਾਲਾ ਮੰਗੂ ਵੀ ਨਹੀਂ, ਮੈਂ ਤਾਂ GSU ਚੋਣ ਰਲਣੀ, ਉਹ ਰਲੇ ਵਰਗਾ ਹੀ ਹੈ। ਦੂਜਾ ਜਿਹੜਾ ਕਾਂਗਰਸ 'ਚ ਰਲ ਗਿਆ, ਇਹ ਤਾਂ ਕੋਈ ਸ਼ੱਕ ਨਹੀਂ ਹੈ। ਤੀਜਾ ਹੀ ਇਹਨਾਂ ਦੇ ਨਾਲ ਹੈ। ਇਸੇ ਤਰ੍ਹਾਂ ਹੀ ਦੂਜਾ ਪਾਸਾ ਲੈ ਲਓ ਇਸ ਦਾ, ਵੀ ਜਿਹੜੀ ਇਹ ਕਹਿੰਦੇ ਨੇ ਅਸੀਂ ਲਹਿਰ ਬਣਾਈ ਜੀ, ਇਹ ਜੇ ਆਪਾਂ ਮੰਨ ਲਈਏ ਵੀ ਲਹਿਰ ਸੀਗੀ, 20 MLA ਸੀ, 20 ਚੋਂ ਕਿੰਨੇ ਗਰੁੱਪ ਬਣ ਗਏ ਸੀ, ਕਿੰਨੇ ਟੁੱਟ ਗਏ ਸੀ। ਜਿਹੜੇ ਬੰਦੇ ਇਹਨਾਂ ਦੇ ਆਈਡੀਓਲੌਗ ਸੀਗੇ ਉਹ ਬੜੇ ਪੱਤਰਕਾਰ ਵੀ ਸੀਗੇ, ਹੋਰ ਵੀ ਸੀਗੇ, ਉਹ ਮੱਤਾਂ ਤਾਂ ਬਹੁਤ ਦਿੰਦੇ ਨੇ। ਫਿਰ ਉਹ ਭਾਈ ਇਕੱਠੇ ਕਿਉਂ ਨਹੀਂ ਰਹਿ ਸਕੇ? ਫਿਰ ਉਹਨੂੰ ਸੁਧਾਰ ਕਿਉਂ ਨਹੀਂ ਸਕੇ? ਫਿਰ ਉਹਨਾਂ ਨੂੰ ਇੰਨਾ ਹੀ ਕਿਉਂ ਛੱਡਣਾ ਪਿਆ? ਕਿਉਂਕਿ ਉਹ ਵੀ ਆਪਣੇ ਮਹੱਤਵਕਾਂਸ਼ੀ ਸੀਗੇ ਵੀ ਸਾਨੂੰ ਮਿਲਣਾ ਚਾਹੀਦਾ, ਮੈਂ ਹੀ ਠੀਕ ਕਰ ਸਕਦਾ। ਇਹ ਕੋਈ ਲਹਿਰ ਨਹੀਂ ਸੀ, ਇਹ ਇੱਕ ਕੁੱਬੇ ਦੇ ਲੱਤ ਵਾਲੀ ਗੱਲ ਸੀ। ਉਹ ਕੁੱਬੇ ਦੇ ਲੱਤ ਪੰਜਾਬ ਦੇ ਲੋਕ ਕਿਉਂਕਿ ਕਾਂਗਰਸ 'ਚੋਂ ਵੀ ਦੁਖੀ ਸੀਗੇ, ਇਹ 'ਚੋਂ ਵੀ ਦੁਖੀ ਸੀ। ਇਹਨਾਂ ਨੇ ਉਹ ਜਿਹੜਾ LOP ਬਦਲਣਾ, ਇਹਨਾਂ ਦੀ ਟੁੱਟ ਭੱਜ, ਉਹਨੂੰ ਰਿਲੇਟਿਵਲੀ ਮਾਫ ਕਰਤਾ। ਕਿਉਂਕਿ ਇਹਨਾਂ ਨੇ ਕੀ ਨਾਅਰਾ ਦਿੱਤਾ
ਸਾਈਕੀ ਦਾ ਉਹ ਨਾਰਾ ਇਹ ਦਿੱਤਾ, ਇੱਕ ਵਾਰੀ ਸਾਨੂੰ ਅਜਮਾ ਲਓ। ਉਹ ਕਿਹਾ ਯਾਰ ਅਜਮਾ ਲਓ। ਪੰਜਾਬ ਦੇ ਲੋਕ ਬੜੇ ਖੁੱਲ੍ਹਦੇ ਨੇ ਵੀ ਚੱਲ ਯਾਰ ਇਹਨਾਂ ਨੂੰ ਵੀ ਦੇਖ ਲਓ। ਆਹ 3 ਮਹੀਨਿਆਂ 'ਚ ਹੀ ਤੁਸੀਂ ਦੇਖੋ, ਕੋਈ ਕਹੂਗਾ ਵੀ ਜੀ ਖਾਲਿਸਤਾਨ ਦੇ ਨਾਅਰੇ ਲਵਾਤੇ, ਕੋਈ ਕਹੂ ਉੱਥੇ ਕਾਲੀ ਦੇਵੀ ਦੇ ਮੰਦਿਰ 'ਤੇ ਲਿਖਾਤਾ। ਇਹਨਾਂ ਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਨਾ ਵੀ 3 ਮਹੀਨਿਆਂ ਬਾਅਦ ਹੀ ਚੋਣ ਦੇ ਵਿੱਚ ਜਿੱਥੇ 9 ਦੇ 9 ਹਲਕਿਆਂ ਦੇ ਵਿੱਚ ਇਹਨਾਂ ਦੀ ਜਿੱਤ ਹੋਈ ਹੈ, 75,000 ਵੋਟਾਂ ਤੇ MLA ਜਿੱਤਿਆ ਹੋਇਆ ਹੈ। ਅਰੋੜਾ 75,000 ਵੋਟ ਤੇ ਜਿੱਤਿਆ, ਚੀਮਾ ਸਾਹਿਬ 55,000 ਵੋਟ ਤੇ ਜਿੱਤੇ। ਜਿਹਨੇ CM ਨੂੰ ਹਰਾਇਆ ਉਹ 9 ਦੇ 9 ਹਲਕੇ ਹੋਣ ਦੇ ਬਾਵਜੂਦ 3 ਮਹੀਨਿਆਂ ਬਾਅਦ ਇੱਕ ਕਿਸਮ ਦੀ ਧੂਲ ਚਟਣੀ ਪੈ ਗਈ, ਮੰਨਣ ਨਾ ਮੰਨਣ। ਔਰ ਜਦ 3 ਮਿਨਿਸਟਰ ਹੋਣ, ਮੁੱਖ ਮੰਤਰੀ, ਵਿੱਤ ਮੰਤਰੀ ਤੇ ਮੁੱਖ ਮੰਤਰੀ ਨਾਲ ਗ੍ਰਹਿ ਮੰਤਰੀ ਵੀ ਹੈ ਤੇ ਸਿੱਖਿਆ ਮੰਤਰੀ, ਜੇ 3 ਮੰਤਰੀ ਉਸ ਹਲਕੇ 'ਚ ਹੋਣ, 3 ਮਹੀਨੇ ਸਰਕਾਰ ਬਣੀ ਨੂੰ ਹੋਈ ਹੋਵੇ, 42-43% ਵੋਟ ਲੈ ਕੇ ਆਏ ਹੋਣ, 92 MLA ਹੋਣ ਤੇ ਉਹ ਲੋਕ ਸਭਾ ਦੀ ਚੋਣ ਨਾ ਜਿੱਤ ਸਕਣ, ਇੱਕ ਜਿਮਨੀ ਚੋਣ। ਇਹ ਤਾਂ ਆਪੇ ਪਤਾ ਲੱਗਦਾ ਲੋਕ ਕਿਵੇਂ ਉਲਟਦੇ ਨੇ। ਸੋ ਵਿਰੋਧੀ ਪਾਰਟੀਆਂ ਕੁਛ ਕਰਦੀਆਂ ਨੇ, ਪਰ ਜਿਹੜਾ ਤੁਹਾਡਾ ਸਵਾਲ ਸੀ ਉਹਦਾ ਮੈਂ ਇੱਕ ਲਾਈਨ 'ਚ ਜਵਾਬ ਦਿੰਦਾ। ਲਹਿਰ ਐਂ ਨਹੀਂ ਹੁੰਦੀ, ਲਹਿਰ ਲੰਮਾ ਦਵਾ ਚੱਲਦੀ ਹੈ। ਜੇ ਅਸੀਂ ਆਖੇ ਰੋਟੀ ਉੱਤੇ ਪਾਈ ਤੇ ਨਾਲ ਦੀ ਨਾਲ ਹੀ ਪੱਕ ਜੂਗੀ, ਉਹਨੂੰ ਪੱਕਣ ਨੂੰ, ਬੱਤਰ ਆਉਣ ਨੂੰ, ਕਿਸਾਨ ਵੀ ਜ਼ਮੀਨ ਨੂੰ ਰੌਣੀ ਕਰਕੇ, ਰੌਣੀ ਕਹਿੰਦੇ ਅਸੀਂ ਜਦ ਪਹਿਲਾਂ ਪਾਣੀ ਲਾਉਂਦੇ ਸੀ ਹਲ ਚਲਾਉਣ ਤੋਂ ਬਾਅਦ, ਉਹ ਐਂ ਨਹੀਂ ਵੀ ਗਿੱਲੀ ਦੇ ਉੱਤੇ ਵਾਧੂ, ਗਿੱਲੀ ਤਾਂ ਫਿਰ ਡਲੇ ਪੈ ਜਾਣਗੇ ਨਾ। ਇਹ ਹੈ ਵੀ ਜਦ ਜਮਾਂ ਹੀ ਸੁੱਕ ਜੇ ਉਦੋਂ ਵਾਹੂ, ਉਦੋਂ ਫਿਰ ਪਾਣੀ ਇਹਦਾ ਕੋਈ ਫਾਇਦਾ ਨਹੀਂ। ਸੋ ਬੱਤਰ ਦੇ ਉੱਤੇ ਚੱਲਣਾ ਹੁੰਦਾ, ਬੱਤਰ ਆਉਣ ਨੂੰ ਟਾਈਮ ਲੱਗਦਾ ਹਰ ਚੀਜ਼ ਦੇ ਉੱਤੇ। ਉਹਦੇ ਪੱਕਣ ਦਾ ਆਪਾਂ ਸੀਮੈਂਟ ਲਾਉਂਦੇ ਹਾਂ, ਆਪਾਂ ਉਹਦੇ ਪਾਣੀ ਕਿਉਂ ਪਾਉਂਦੇ ਰਹਿੰਦੇ ਹਾਂ? ਇੱਕ ਲੈਵਲ ਤੱਕ ਕੁਝ ਦਿਨ ਹੀ ਪਾਣੀ ਪਾਉਣਾ, ਐਂ ਤਾਂ ਨਹੀਂ ਵੀ ਮਹੀਨਾ ਪਾਣੀ ਪਾਈ ਜਾਵਾਂਗੇ ਜਾਂ ਬਿਨਾਂ ਪਾਣੀ ਦੇ ਹੋ ਜੂ। ਸੋ ਤੁਹਾਨੂੰ ਹਰ ਚੀਜ਼ ਦਾ ਇੱਕ ਬੱਤਰ ਹੁੰਦਾ। ਜਿਹੜੀਆਂ ਸਮਾਜਿਕ ਲਹਿਰਾਂ ਨੇ ਇਹਨਾਂ ਨੂੰ 2-2, 3-3, 4-4 ਸਾਲ ਲੱਗਦੇ ਨੇ। ਆਜ਼ਾਦੀ ਦੀ ਲਹਿਰ ਕਿੰਨੇ ਸਾਲ ਚੱਲੀ ਸੀ, ਕੂਕਾ ਲਹਿਰ ਕਿੰਨੇ ਸਾਲ ਚੱਲੀ ਸੀ, ਗੁਰਦੁਆਰਾ ਸੁਧਾਰ ਲਹਿਰ ਕਿੰਨੇ ਸਾਲ ਚੱਲੀ ਸੀ, ਸਿੱਖਾਂ ਦੀ ਗੁਰੂ ਨਾਨਕ ਦੇਵ ਜੀ ਤੋਂ ਲਹਿਰ ਚੱਲੀ ਹੋਈ ਸੀ, ਉਹ ਜਿਹੜੀ ਆ ਕੇ ਬੰਦਾ ਸਿੰਘ ਬਹਾਦਰ ਰਾਹੀਂ ਸਿੱਖ ਰਾਜ ਸਥਾਪਿਤ ਕਰਨ 'ਚ ਇੱਕ ਕਿਸਮ ਦਾ ਆਪਾਂ ਕਹਿ ਦਈਏ ਉਹਦਾ ਸਿਖਰ ਆਇਆ। ਸੋ ਇਹ ਐਡੀ ਸੌਖੀ ਗੱਲ ਨਹੀਂ ਹੁੰਦੀ। ਔਰ ਪੰਜਾਬ ਦੇ ਵਿੱਚ ਲਹਿਰਾਂ ਚੱਲਦੀਆਂ ਆਈਆਂ ਨੇ, ਹੁਣ ਵੀ ਚੱਲਣਗੀਆਂ। ਪਰ ਜੇ ਅਸੀਂ ਆਖੇ ਤਲਵਾਰ ਤੇ ਮੁੱਕੀ ਮਾਰ ਕੇ ਵੀ ਤਾਂ ਹੁਣ ਹੀ ਹੋਇਆ, ਚੱਟ ਮੰਗਣੀ ਪੱਟ ਵਿਆਹ, ਫਿਰ ਸ਼ਾਇਦ ਨਹੀਂ ਹੋਏਗਾ। ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਹੈ, ਸ਼ਾਇਦ ਮੈਂ ਇਸ ਸਵਾਲ ਦੇ ਵਿੱਚ ਗਲਤ ਵੀ ਹੋਵਾਂ, ਮੈਨੂੰ ਦਰੁਸਤ ਕਰਿਓ ਕਿ ਜਦੋਂ ਤੁਸੀਂ ਲਹਿਰਾਂ ਦੀ ਗੱਲ ਕਰਦੇ ਹੋ, ਚਲੋ ਆਜ਼ਾਦੀ ਦੀ ਲਹਿਰ ਚੱਲੀ ਤਾਂ ਉਹਦੇ ਵਿੱਚੋਂ ਜਿਹੜੇ ਤਾਂ ਆਜ਼ਾਦੀ ਘੁਲਾਟੀਏ ਬਣ ਗਏ, ਸਨਮਾਨਯੋਗ ਰਹੇ, ਜਿਹੜੇ ਸਿਆਸੀ ਘੁਲਾਟੀਏ ਬਣੇ ਤਾਂ ਉਸ ਜ਼ਮੀਨ ਤੇ ਜਾ ਕੇ ਉਹਨਾਂ ਦਾ ਡੋਲ ਜਾਂਦਾ, ਈਮਾਨ ਡੋਲ ਜਾਂਦਾ। ਬਹੁਤੇ ਇਹੋ ਜਿਹੇ ਕੇਸ ਦੇਖਣ ਮੇਰੇ ਧਿਆਨ ਵਿੱਚ ਜਿੰਨੇ ਕਾਏ। ਤੇ ਜੇ ਆਪਾਂ ਤੁਸੀਂ ਆਮ ਆਦਮੀ ਪਾਰਟੀ ਚਲੋ ਗੱਲ ਕੀਤੀ ਹੈ, ਜਿਸ ਤਰ੍ਹਾਂ ਦੀ ਵੀ ਇਹਨਾਂ ਦੀ ਲਹਿਰ ਚੱਲੀ, ਜੋ ਕੁਝ ਵੀ ਹੋਇਆ, ਜਦੋਂ ਇਹ ਸਿਆਸੀ ਮੈਦਾਨ ਦੇ ਵਿੱਚ ਆਏ ਇਹ ਵੀ ਟਪਲਾ ਖਾ ਗਏ। ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹੋ ਤੇ ਜਦੋਂ ਇਹ ਸਿਆਸੀ ਉਹਦੇ ਉੱਤੇ ਆਏ, ਮੈਦਾਨ ਤੇ ਆਏ, ਅਖੀਰ 'ਚ ਆ ਕੇ 380 ਦਿਨਾਂ ਦੇ ਬਾਅਦ ਵੀ ਆ ਕੇ ਜਦੋਂ ਸਿਆਸੀ ਗੱਲਾਂ ਤੁਰਨ ਲੱਗ ਗਈਆਂ, ਉੱਥੇ ਜਾ ਕੇ ਫਿਰ ਲੋਕਾਂ ਨੇ ਕਬੂਲ ਨਹੀਂ ਕੀਤਾ। ਇਹ ਕਿਸ ਤਰ੍ਹਾਂ ਦੇਖਦੇ ਹੋ ਇਸ ਸਭ ਨੂੰ? ਬਿਲਕੁਲ ਠੀਕ ਹੈ ਤੁਹਾਡੀ ਗੱਲ। ਦੇਖਣ ਨੂੰ ਪਹਿਲੀ ਨਜ਼ਰੇ ਇਹੀ ਕੁਛ ਲੱਗਦਾ ਹੈ, ਪਰ ਪਹਿਲਾਂ ਤਾਂ ਜੇ ਤੁਸੀਂ ਆਜ਼ਾਦੀ ਦੀ ਲਹਿਰ ਦੇ ਸਾਰੇ ਗੁਲਾਟੀਆਂ ਨੂੰ ਪੜ੍ਹੋਗੇ, ਸਾਰਿਆਂ ਨੂੰ ਦੇਖੋਗੇ, ਇਹ ਨਹੀਂ ਮੈਂ ਕਹਿੰਦਾ ਉਹਨਾਂ 'ਚ ਕੋਈ ਮਾੜਾ ਨਹੀਂ ਹੋਇਆ, ਪਰ ਤੁਹਾਨੂੰ ਉਹਨਾਂ 'ਚ ਬਹੁਤੇ ਚੰਗੇ ਬਣੇ ਹੋਏ ਦੇਖਣਗੇ। ਮੈਂ ਆਪ ਦੇਖਿਆ 1985 ਜਿਹੜੇ VKV ਰਾਓ ਸਭ ਤੋਂ ਪਹਿਲੇ ਸਿੱਖਿਆ ਮੰਤਰੀ ਸੀਗੇ ਭਾਰਤ ਦੇ, ਉਹ ਰੋ ਰਹੇ ਸੀ ਵੀ ਅਸੀਂ ਇਸ ਭਾਰਤ ਵਾਸਤੇ, ਆਜ਼ਾਦੀ ਵਾਸਤੇ ਲੜੀ ਨਹੀਂ ਸੀਗੇ। 1985 'ਚ ਰੋ ਰਹੇ ਸੀ ਉਹ। ਦਿੱਲੀ ਬੜੀ ਵੱਡੀ ਕਾਨਫਰੰਸ ਸੀਗੀ, ਉਹਦੇ 'ਚ ਸੱਚੀ ਮੁੱਚੀ ਰੋਏ ਨੇ ਉਹ, ਕਹਿੰਦੇ ਅਸੀਂ ਇਸ ਭਾਰਤ ਵਾਸਤੇ ਨਹੀਂ ਲੜੇ ਸੀ। ਔਰ ਉਹ ਸਿੱਖਿਆ ਮੰਤਰੀ ਸੀਗੇ ਪਹਿਲੇ ਦੇਸ਼ ਦੇ। ਗਲਤੀਆਂ ਲਹਿਰ 'ਚ ਹੋਣੀਆਂ ਹੋਰ ਗੱਲ ਹੈ, ਇਹ ਗਲਤੀਆਂ ਨੂੰ ਫੜਦੇ ਨੇ, ਇਹ ਤਾਂ ਫੜਦੀ ਨਹੀਂ ਵੀ ਇਹਨਾਂ ਨੇ ਕੰਮ ਕੀ ਕਰਿਆ। ਅੱਜ ਗਾਂਧੀ ਦੀਆਂ ਗਲਤੀਆਂ ਨੂੰ ਕਹੀ ਜਾਵੇ, ਗਲਤੀਆਂ ਤਾਂ 100 ਹਰੇਕ ਹੀ ਕਰਦਾ। ਅੱਜ ਮਾਸਟਰ ਤਾਰਾ ਸਿੰਘ ਨੂੰ ਵੀ ਬਹੁਤ ਕੁਛ ਕਹਿੰਦੇ ਨੇ ਇਹ। ਤੁਸੀਂ ਉਹਨਾਂ ਲਹਿਰਾਂ ਨੂੰ ਸਟੱਡੀ ਕਰੋ, ਤੁਹਾਨੂੰ ਪਤਾ ਲੱਗ ਜੂਗਾ ਵੀ ਉਹਨਾਂ ਨੇ ਕਿੱਡੇ ਕਿੱਡੇ ਤਿਆਗ ਕਰੇ ਨੇ। ਇੱਕ ਪਾਸੇ ਅੱਜ 10 ਲੱਖ ਦਾ ਕੋਟ ਪਾਇਆ ਜਾ ਰਿਹਾ ਹੈ, ਇੱਕ ਪਾਸੇ ਮਹਾਤਮਾ ਗਾਂਧੀ ਧੋਤੀ ਚੜਿਆ ਜਾਂਦਾ ਗੋਲ ਮੇਜ਼ ਕਾਨਫਰੰਸ 'ਚ। ਉੱਥੇ ਇੰਗਲੈਂਡ ਦਾ ਰਾਜਾ ਉਹਨੂੰ ਕਹਿੰਦਾ ਵੀ ਤੂੰ ਮਿਸਟਰ ਗਾਂਧੀ, ਤੈਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਸੀ ਵੀ ਤੂੰ ਸ਼ਾਹੀ ਇੱਕ ਉਸ ਦਰਬਾਰ 'ਚ ਆਇਆ ਮੀਟਿੰਗ ਕਰਨ, ਤੇ ਕੱਪੜੇ ਤਾਂ ਪਾ ਕੇ ਆਉਂਦਾ। ਕਹਿੰਦਾ ਮੈਂ ਕੱਪੜੇ ਕਿੱਥੋਂ ਪਾ ਲੈਣੇ ਨੇ, ਕੱਪੜੇ ਤਾਂ ਤੂੰ ਪਾਈ ਬੈਠਾ 10 ਭਾਰਤੀਆਂ ਦੇ, 9 ਉਹਨਾਂ 'ਚੋਂ ਨੰਗੇ ਭਾਰਤ 'ਚ ਬੈਠੇ ਨੇ, 10ਵਾਂ ਮੈਂ ਆ। ਜਿੱਦੇ ਉਹਨਾਂ 9 ਨੂੰ ਕੱਪੜੇ ਮਿਲ ਗਏ ਉਦੇ ਮੈਨੂੰ ਮਿਲਣਗੇ। ਇਹ ਹੈ ਜੁਰਤ ਅੱਜ ਦਿਆਂ 'ਚ? ਇਹ ਧੋਤੀ 'ਚ ਜਾ ਸਕਦੇ ਨੇ ਅੱਜ ਦੇ? ਅਗਲੀ ਗੱਲ, ਨਾਮ ਬੜਾ ਚਮਕਾਉਂਦੇ ਨੇ। ਮਹਾਤਮਾ ਗਾਂਧੀ ਦੇ 100 ਨੁਕਸ ਹੋਣਗੇ, ਜਿੰਨਾ ਮਹਾਤਮਾ ਗਾਂਧੀ ਨੇ ਲਿਖਿਆ ਆਪ, ਜਿੰਨਾ ਸਰਦਾਰ ਪਟੇਲ ਨੇ,
ਜਿਨ੍ਹਾਂ ਪੰਡਿਤ ਨਹਿਰੂ ਨੇ, ਜਿਨ੍ਹਾਂ ਉਹਨਾਂ ਨੇ ਵਿਦਵਤਾ ਨਾਲ ਲਿਖਣ ਦਾ ਵੀ ਕੰਮ ਕਰਿਆ ਨਾਲ ਇਹ ਇਹਨਾਂ ਦਾ ਮੈਨੂੰ ਲੱਗਦਾ ਪ੍ਰੇਸ ਤੇ ਵੀ ਨਹੀਂ ਲਿਖ ਸਕਦੇ। ਇਹ ਤਾਂ ਹਿੰਦੂ ਮੁਸਲਮਾਨ ਹੀ ਕਰਾ ਸਕਦੇ ਨੇ। ਸੋ ਇਸ ਕਰਕੇ ਉਹ ਬੰਦੇ ਵਿਦਵਾਨ ਵੀ ਸੀਗੇ, ਉਹ ਬੰਦੇ ਲੜੇ ਵੀ ਸੀਗੇ। ਉਹਦੇ ਵਿੱਚੋਂ ਹੀ ਸ਼ਾਸਤਰੀ ਜੀ ਪੈਦਾ ਹੋਏ ਸੀਗੇ, ਉਹਦੇ ਵਿੱਚੋਂ ਹੀ ਉਹ ਲੋਕ ਪੈਦਾ ਹੋਏ ਸੀ ਜਿਨ੍ਹਾਂ ਨੂੰ ਮੁਸਲਮਾਨਾਂ ਦਾ ਜਿਹੜਾ ਰਾਜ ਹੈ, ਜਿਹੜਾ ਕਦੇ ਕਿਸੇ ਸਟੇਟ ਹੈਡ ਨੂੰ ਲੈਣ ਨਹੀਂ ਜਾਂਦਾ, ਤੇ ਉਹ ਸਟੇਟ ਹੈਡ ਦੇ ਤੌਰ ਤੇ ਸ਼ੰਕਰ ਦਯਾਲ ਸ਼ਰਮਾ ਜੀ ਜਦ ਜਾਂਦੇ ਨੇ, ਉਹ ਖੁਦ ਜਹਾਜ਼ ਦੇ ਅੰਦਰ ਜਾਂਦਾ ਹੈ, ਉਹਨਾਂ ਨੂੰ ਲੈ ਕੇ ਆਉਂਦਾ ਹੈ। ਫਿਰ ਜਦ ਸ਼ੌਫਰ ਉਹਨਾਂ ਦੀ ਕਾਰ ਚਲਾਉਣ ਲੱਗਦਾ ਹੈ, ਉਹ ਕਹਿੰਦਾ ਨਾ ਤੁਸੀਂ ਨਹੀਂ ਚਲਾਉਣੀ, ਮੈਂ ਚਲਾ ਕੇ ਲੈ ਕੇ ਜਾਊਂ। ਉਹ ਚਲਾ ਕੇ ਲੈ ਕੇ ਜਾਂਦਾ, ਜਦ ਕਿ ਉਹ ਕਿਸੇ ਨੂੰ ਲੈਣ ਵੀ ਨਹੀਂ ਜਾਂਦਾ ਹੁੰਦਾ ਸੀ। ਉਹਨੂੰ ਬਾਅਦ ਚ ਪੁੱਛਦੇ ਵੀ ਤੂੰ ਕਿਉਂ ਕਰਿਆ? ਕਹਿੰਦਾ ਮੈਂ ਭਾਰਤ ਦੇ ਰਾਸ਼ਟਰਪਤੀ ਨੂੰ ਲੈਣ ਨਹੀਂ ਗਿਆ ਸੀ, ਮੈਂ ਆਪਣੇ ਇੱਕ ਉਸ ਅਧਿਆਪਕ ਨੂੰ ਲੈਣ ਗਿਆ ਸੀ ਜਿਹਨੇ ਮੈਨੂੰ ਉਸ ਦੇਸ਼ 'ਚ ਪੜ੍ਹਾਇਆ ਸੀ, ਕਿਉਂਕਿ ਸ਼ੰਕਰ ਦਯਾਲ ਸ਼ਰਮਾ ਜੀ ਉਹਦੇ ਟੀਚਰ ਰਹੇ ਸੀ। ਸੋ ਇਹ ਨਹੀਂ ਹੈ ਵੀ ਦੇਸ਼ ਨੇ ਕੋਈ ਲੋਕ ਨਹੀਂ ਪੈਦਾ ਕਰੇ, ਇਹ ਸਾਡੇ ਜਿਹੜੇ ਦੁਖਾਂਤ ਹੀ ਇਸ ਗੱਲ ਦਾ ਹੈ। ਭਾਈ ਤਾਰੂ ਸਿੰਘ ਹੋਰੀ ਕੌਣ ਸੀਗੇ? ਕੋਈ ਰਾਜ ਸੀ ਉਹਨਾਂ ਨੂੰ? ਸੁੱਕਾ ਸਿੰਘ ਮਹਿਤਾਬ ਸਿੰਘ ਹੋਰੀ ਕੌਣ ਸੀਗੇ? ਸ਼ਹੀਦ ਊਧਮ ਸਿੰਘ ਕੀ ਸੀ? ਭਗਤ ਸਿੰਘ ਕੀ ਸੀ? ਸੁਖਦੇਵ ਕੀ ਸੀ? ਰਾਜਗੁਰੂ ਕੀ ਸੀ? ਕਰਤਾਰ ਸਿੰਘ ਸਰਾਭਾ ਕੀ ਸੀ? ਬੰਦਾ ਸਿੰਘ ਬਹਾਦਰ ਕਿਹਨੇ ਪੈਦਾ ਕਰਿਆ ਸੀ? ਇਤਿਹਾਸ ਪੈਦਾ ਕਰਦਾ ਹੈ। ਔਰ ਪੰਜਾਬ ਚੋਂ ਪੈਦਾ ਹੋਏ ਨੇ, ਔਰ ਪੰਜਾਬ ਨੇ ਦਿਖਾਇਆ ਵੀ ਹਾਂ ਇਹ ਜਿਹੇ ਹੋ ਸਕਦੇ ਨੇ ਸਪੂਤ। ਆ ਜਲਿਆਂਵਾਲੇ ਬਾਗ 'ਚ ਕਿੰਨਾ ਦੀ ਸ਼ਹੀਦੀ ਹੋਈ ਸੀ। ਸੋ ਐ ਨਹੀਂ ਹੈ ਕਿ ਅਕਾਲੀਆਂ ਦੇ ਵਿੱਚ, ਤੁਸੀਂ ਅਕਾਲੀਆਂ 'ਚ ਐਡੇ ਵੱਡੇ ਸਟਾਲਵਰਟ ਰਹੇ ਨੇ ਜਿਹਦਾ ਸਾ ਵੀ ਕੋਈ ਨਹੀਂ। ਸਿੱਖ ਇਤਿਹਾਸ ਨੂੰ ਇੱਕ ਪਾਸੇ ਰੱਖ ਲਓ, ਈਵਨ ਅਕਾਲੀ ਦਲ ਦੇ ਵਿੱਚ ਗੁਰਦੁਆਰਾ ਜਿਹੜਾ ਸੀਗਾ ਆਪਣਾ ਇਹ ਨਨਕਾਣਾ ਸਾਹਿਬ ਦਾ ਜਿਹੜਾ ਸਾਕਾ ਸੀ, ਨਨਕਾਣਾ ਸਾਹਿਬ ਦੀਆਂ ਨਰੈਣੇ ਮਹੰਤ ਤੋਂ ਖਾਲੀ ਕਰਾਇਆ। ਤੁਹਾਨੂੰ ਪਤਾ ਹੈ ਨਾ, ਉੱਥੇ ਭਾਈ ਲਛਮਣ ਸਿੰਘ ਧਾਲੀਵਾਲ ਨੂੰ ਝੰਡੇ ਨਾਲ ਬੰਨ੍ਹ ਕੇ ਸਾੜੇ ਗਏ ਸੀ। ਉੱਥੇ ਜਿੰਨੇ ਗਏ ਸੀ ਸਾਰੇ ਸ਼ਹੀਦ ਕਰੇ ਗਏ ਸੀ। ਤੁਹਾਡੇ ਖਿਆਲ 'ਚ ਉਹ ਤਲਵਾਰਾਂ ਨਹੀਂ ਚਲਾਉਣ ਜਾਂਦੇ ਸੀ? ਤੁਹਾਡੇ ਖਿਆਲ 'ਚ ਉਹਨਾਂ 'ਚ ਹੌਸਲਾ ਨਹੀਂ ਸੀ? ਨਹੀਂ ਹੈਗੇ ਨੇ। ਦਰਸ਼ਨ ਸਿੰਘ ਫੇਰੂਮਾਨ, ਤੁਹਾਨੂੰ ਪਤਾ ਵੀ ਉਹ ਆਜ਼ਾਦੀ ਘੁਲਾਟੀਆ ਸੀ। ਉਹ ਆਜ਼ਾਦੀ ਘੁਲਾਟੀਆ ਸੀ। ਜਦ ਉਹਨੇ ਸਹੁੰ ਖਾ ਲਈ, ਉਹਨੇ ਕਿਹਾ ਮੈਂ ਅਰਦਾਸ ਕਰਤੀ, ਹੁਣ ਨਹੀਂ ਮੈਂ ਛੱਡਣਾ। ਔਰ ਮੈਂ ਸਿਰਫ ਇਸ ਕਰਕੇ, ਇੱਕ ਪਾਸੇ ਉਦੋਂ ਸੰਤ ਫਤਿਹ ਸਿੰਘ, ਸੰਤ ਚੰਨਣ ਸਿੰਘ, ਜਿਹੜੇ ਅਰਦਾਸ ਕਰਕੇ ਇੱਕ ਕਿਸਮ ਦਾ ਬੈਕਆਊਟ ਕਰ ਗਏ ਸੀ, ਆਪਣੇ ਬਚਨ ਤੋਂ ਫਿਰ ਗਏ ਸੀ, ਉਹ ਸੀਗੇ ਮੇਰੇ ਸਾਹਮਣੇ। ਮੈਂ ਮੈਡੀਕਲ ਕਾਲਜ ਪੜ੍ਹਦਾ ਸੀ ਉਦੋਂ, ਤੇ ਦੂਜੇ ਪਾਸੇ ਮੇਰੇ ਸਾਹਮਣੇ ਦਰਸ਼ਨ ਸਿੰਘ ਫੇਰੂਮਾਨ ਸੀ। ਮੈਂ ਗੁਰਦੁਆਰਾ ਦੂਖ ਨਿਵਾਰਨ ਤੋਂ ਟਰੱਕ 'ਚ ਬੈਠ ਕੇ ਖੜੇ 200 ਕਿਲੋਮੀਟਰ ਦਾ ਸਫ਼ਰ ਕਰਕੇ ਫੇਰੂਮਾਨ ਪਿੰਡ 'ਚ ਉਹਨਾਂ ਦੇ ਸੰਸਕਾਰ ਤੇ ਗਿਆ। ਨਾ ਮੈਂ ਉਹਨਾਂ ਨੂੰ ਜਾਣਦਾ ਸੀ, ਮੈਂ ਉਹਨਾਂ ਬਾਰੇ ਪੜ੍ਹਿਆ ਹੀ ਹੋਇਆ ਸੀ, ਨਾ ਮੈਂ ਉਹਨਾਂ ਨੂੰ ਕਦੇ ਮਿਲਿਆ ਸੀ, ਪਰ ਕਿਉਂਕਿ ਉਹ ਇੱਕ ਸਟਾਰਵਰਟ ਬਣ ਗਏ ਸੀ, ਉਹ ਇੱਕ ਤਾਰਾ ਬਣ ਗਏ ਸੀ ਸਮਾਜ ਦੇ ਵਿੱਚ। ਸੋ ਐ ਨਹੀਂ ਹੈ ਆਜ਼ਾਦੀ ਘੁਲਾਟੀ। ਹਾਂ ਇਹ ਠੀਕ ਹੈ, ਇੱਕ ਮੈਂ 2 ਤਲਵਾਰਾਂ ਪੜ੍ਹ ਲਓ ਤਾਂ ਤੁਹਾਨੂੰ ਇਹ ਵੀ ਪਤਾ ਲੱਗ ਜੂ ਵੀ ਆਜ਼ਾਦੀ ਘੁਲਾਟੀਏ ਸਮਗਲਰ ਵੀ ਬਣ ਜਾਂਦੇ ਨੇ। ਸੋ ਇਹੋ ਜਿਹੇ ਹੈਗੇ ਸੀ ਕੁਛ, ਪਰ ਬਹੁਤੇ ਜ਼ਿਆਦਾ ਉਹ ਸੀਗੇ, ਉਹ ਆਜ਼ਾਦੀ ਘੁਲਾਟੀਏ ਸੀ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ, ਜਿਹੜੀ ਕਟਾਬੜੀ ਹੋਈ ਹੈ ਉਹਦੇ 'ਚ ਆਜ਼ਾਦੀ ਘੁਲਾਟੀਆਂ ਨੇ ਸਭ ਤੋਂ ਜ਼ਿਆਦਾ ਭੂਮਿਕਾ ਨਿਭਾਈ ਸੀ ਉਹਨੂੰ ਰੋਕਣ 'ਚ। ਇਸ ਕਰਕੇ ਉਹ ਕਤਲ ਵੀ ਹੋਏ ਨੇ। ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਮੈਂ, ਮੁਸਲਮਾਨਾਂ ਨੂੰ ਮਾਰਨ ਵਾਸਤੇ ਤਿਆਰੀ ਹੋ ਗਈ। ਉਹਨਾਂ ਨੂੰ ਕਿਹਾ ਗਿਆ ਇੱਥੇ ਇਕੱਠੇ ਹੋ ਜਾਓ, ਉੱਥੇ ਇਕੱਠੇ ਹੋ ਗਏ। ਇੱਕ ਸੇਠ ਦਾ ਲੜਕਾ, ਸੇਠ ਆਪ ਆਜ਼ਾਦੀ ਘੁਲਾਟੀਆ ਸੀ, ਉਹ ਜਾਂਦਾ ਉਹਨਾਂ ਨੂੰ ਪੁੱਛਣ ਵੀ ਕੋਈ ਚੀਜ਼ ਦੀ ਲੋੜ ਕਿਵੇਂ ਹੋਰ ਸਾਰਾ, ਤੇ ਉੱਥੇ ਇੱਕ ਬਜ਼ੁਰਗ ਨੂੰ ਆਪਣੀ ਇਨਸੂਲਿਨ ਭੁੱਲ ਆਉਂਦਾ ਹੈ, ਤੇ ਉਹਦੀ ਇਨਸੂਲਿਨ ਨਾ ਹੋਣ ਕਰਕੇ ਉਹਦੀ ਸ਼ੂਗਰ ਵਧੀ ਜਾ ਰਹੀ ਹੈ, ਉਹ ਬੇਹੋਸ਼ੀ 'ਚ ਜਾ ਰਿਹਾ ਹੈ। ਉਹਦੇ ਵਾਸਤੇ ਉਹ ਇਨਸੂਲਿਨ ਲੈਣ ਜਾਂਦਾ ਹੈ। ਹਿੰਦੂ ਅੱਤਵਾਦੀਆਂ ਨੇ ਉਹਨੂੰ ਮਾਰਤਾ ਵੀ ਇਹ ਤਾਂ ਉਹਨਾਂ ਦੀ ਮਦਦ ਕਰਦਾ ਮੁਸਲਮਾਨ। ਉਹ ਕੀ ਸੀਗੇ? ਸੋ ਆਜ਼ਾਦੀ ਘੁਲਾਟੀਏ, ਤੁਸੀਂ ਇਹਨਾਂ ਨੂੰ ਨਾ ਦੇਖੋ, ਇਹਨਾਂ 'ਚੋਂ ਕੌਣ ਅੱਜ ਦੇ ਜਿਹੜੇ ਹੈਗੇ ਨੇ ਜਿੰਨੇ ਵੀ ਲੀਡਰ, ਉਹਨਾਂ 'ਚ ਤੁਹਾਨੂੰ ਕੋਈ ਲੱਗਦਾ ਵੀ ਇਹ ਤਾਂ ਆਜ਼ਾਦੀ ਤੋਂ ਬਾਅਦ ਜੰਮੇ ਨੇ ਸਾਰੇ? ਇਹਨਾਂ ਨੂੰ ਤਾਂ ਇਹੀ ਨਹੀਂ ਪਤਾ ਵੀ ਆਜ਼ਾਦੀ 'ਚ ਲੜਾਈ ਕੀ ਹੋਈ ਸੀ। ਜਿਸ ਤਨ ਲੱਗੇ ਸੋ ਤਨ ਜਾਣੇ, ਅਵਰ ਕੇ ਜਾਣੇ ਪੀਰ ਭਰਾਈ। ਦੂਜਾ ਤੁਸੀਂ ਕਹਿੰਦੇ ਹੋ, ਮੈਂ ਛੋਟੀ ਜਿਹੀ ਕਿਉਂ, ਮੈਂ ਲੰਬਾ ਨਹੀਂ ਕਰ ਰਿਹਾ ਪਰ ਛੋਟਾ ਕਰਕੇ ਨੂੰ, ਭਾਈ ਮਨੀ ਸਿੰਘ ਵਾਲੀ ਇੱਕ ਬੰਦੇ ਨੇ ਕਿਤਾਬ ਪੜ੍ਹ ਲਈ, ਮੈਨੂੰ ਕਹਿੰਦਾ ਐਂ ਤਾਂ ਹੋ ਨਹੀਂ ਸਕਦਾ। ਮੈਂ ਯਾਰ ਤੈਨੂੰ ਕੀ ਪਤਾ? ਗੁਰੂ ਸਾਹਿਬ ਨੇ ਕਿਹਾ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਡੂੰਘੇ ਖੁੱਡ ਖਾਇਆ ਪੂਛੇ ਤੇ ਕਿਆ ਕਹੀਏ। ਜਿਹਨੇ ਕੁਰਬਾਨੀ ਦਾ ਮਜ਼ਾ ਲਿਆ ਹੈ ਉਹਨੂੰ ਪਤਾ ਹੈ, ਉਹਨੂੰ ਪਤਾ ਵੀ ਕੀ ਮਜ਼ਾ ਹੈ। ਦੂਜੇ ਨੂੰ ਕੀ ਪਤਾ? ਜਿਹੜਾ ਢਿੱਡ ਵਧਾਉਂਦਾ ਹੈ, 5 ਸਟਾਰ ਹੋਟਲ 'ਚ ਰੋਟੀ ਖਾਂਦਾ ਹੈ, ਉਹਨੂੰ ਕੀ ਪਤਾ ਵੀ ਸੁੱਕੀ ਰੋਟੀ ਖਾਣ ਦਾ ਕਿਆ ਮਜ਼ਾ ਹੈ? ਉਹਨੂੰ ਕਿਆ ਪਤਾ ਫਰੀਦ ਸਾਹਿਬ ਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਉਹ ਤਾਂ ਸੋਚ ਹੀ ਨਹੀਂ ਸਕਦਾ ਇਹ। ਸੋ ਇਸ ਕਰਕੇ ਆਪਾਂ ਜਿਹੜੀ ਆਪਣੀ ਪੀੜ੍ਹੀ ਹੈ, ਤੁਹਾਡੀ ਪੀੜ੍ਹੀ ਖਾਸ ਕਰਕੇ, ਤੁਹਾਡੀ ਪੀੜ੍ਹੀ ਨੂੰ ਦੇਖਿਆ ਨਹੀਂ, ਤੁਹਾਡੀ ਪੀੜ੍ਹੀ ਨੂੰ ਆਲੇ ਕਹਿਤਾ। ਬਾਕੀ ਤੁਸੀਂ ਤਾਂ ਬਹੁਤ ਜ਼ਿਆਦਾ ਸਟੱਡੀ ਕਰਦੇ ਹੋ, ਤੁਹਾਡਾ ਗਿਆਨ ਵੀ ਬਹੁਤ ਹੁੰਦਾ, ਮੈਂ ਕੋਈ ਸਾਹਮਣੇ ਤਾਰੀਫ ਨਹੀਂ ਕਰ ਰਿਹਾ, ਪਰ ਮੈਂ ਅਜੇ ਵੀ ਕਹਾਂਗਾ
ਜਿੰਨਾ ਕਿ ਤੁਸੀਂ ਇਸ ਉਮਰ 'ਚ ਪੜ੍ਹਿਆ ਨਾ, ਸਾਡੀ ਉਮਰ 'ਚ ਸੱਚੀ ਮੁੱਚੀ ਇੰਨੀ ਉਮਰ 'ਚ ਇਦੋਂ 20 ਗੁਣਾ ਪੜ੍ਹਾ ਦਿੰਦੇ ਸੀ। ਜਿਹੜਾ ਤੁਹਾਡੇ ਵਰਗਾ ਹੁੰਦਾ ਪੜ੍ਹਨ ਵਾਲਾ, ਜਿਹੜਾ ਤਾਂ ਊਂ ਨਹੀਂ ਪੜ੍ਹਨ ਵਾਲਾ, ਉਹ ਥੋੜਾ ਕਰਨਾ ਤਾਂ ਉਹ ਵੀ ਪੜ੍ਹ ਲੈਂਦਾ ਸੀ। ਅੱਜ ਤਾਂ MA PhD ਕਰੇ ਹੋਏ ਨਹੀਂ ਕਿਤਾਬ ਪੜ੍ਹਦੇ। ਸੋ ਜਦ ਤੁਸੀਂ ਅੱਛਾ, ਫਿਰ ਉਹ ਖੇਡਦੇ ਸੀ ਜੀਵਨ 'ਚ, ਉਹ ਆਪ ਪੈਰ ਪੈਰ 'ਤੇ ਇਨਸਾਫ ਕਰਨਾ ਸਿੱਖਦੇ ਸੀ। ਛੋਟੀ ਛੋਟੀ ਗੱਲ ਦਾ ਇਨਸਾਫ ਕਰਦੇ ਸੀ, ਪਿੰਡਾਂ 'ਚ, ਗਲੀਆਂ 'ਚ, ਮੁਹੱਲਿਆਂ 'ਚ, ਸਕੂਲਾਂ 'ਚ, ਖੇਡ ਦੇ ਮੈਦਾਨ 'ਚ ਉਹ ਇਨਸਾਫ ਕਰਨਾ ਸਿੱਖਦੇ ਸੀ ਉੱਥੇ। ਅਸੀਂ ਤਾਂ ਚੋਣਾਂ ਹੀ ਬੰਦ ਕਰਾਤੀਆਂ ਵਿਦਿਆਰਥੀਆਂ ਦੀਆਂ। ਅਸੀਂ ਤਾਂ ਗੇਮਾਂ ਦੇ ਵਿੱਚ ਵੀ ਹੇਰਾਫੇਰੀ ਸ਼ੁਰੂ ਕਰਾਤੀ, ਅਸੀਂ ਤਾਂ ਪੇਪਰਾਂ 'ਚ ਵੀ ਹੇਰਾਫੇਰੀ ਸ਼ੁਰੂ ਕਰਾਤੀ, ਅਸੀਂ ਤਾਂ ਨੌਕਰੀਆਂ 'ਚ ਵੀ ਹੇਰਾਫੇਰੀ ਸ਼ੁਰੂ ਕਰਾਤੀ, ਅਸੀਂ ਤਾਂ ਕੰਮ 'ਚ ਵੀ ਹੇਰਾਫੇਰੀ ਸ਼ੁਰੂ ਕਰਾਤੀ। ਫਿਰ ਬੰਦਾ ਸਿੱਖੂ ਕਿੱਥੋਂ? ਤੁਹਾਡੀ ਪੀੜ੍ਹੀ ਕਿੱਥੋਂ ਸਿੱਖੇ? ਮੈਨੂੰ ਦੱਸ ਦਿਓ। ਮੈਨੂੰ ਨਹੀਂ ਪਤਾ ਤੁਹਾਡੀ ਉਮਰ ਕਿੰਨੀ ਹੈ, ਮੈਨੂੰ ਲੱਗਦਾ ਤੁਸੀਂ 80 ਤੋਂ ਵੱਧ ਦੇ ਜਾਣੇ ਹੋਵੋਗੇ, ਕਿਉਂਕਿ ਤੁਹਾਡਾ ਫੇਸ ਹੀ ਦੱਸਦਾ ਯੰਗ ਹੋ ਤੁਸੀਂ। ਤੇ ਜਿਹੜੇ 80 ਤੋਂ ਬਾਅਦ ਜਨਮੇ ਨੇ ਨਾ, ਉਹਨਾਂ ਨੂੰ ਤੁਸੀਂ ਜਮਾਂ ਹੀ ਮਿੱਟੀ ਬਣਾਤਾ, ਕਿਉਂਕਿ ਪੜ੍ਹਾਈ ਹੀ ਕੁਛ ਨਹੀਂ। ਨਾ ਉਹਨੂੰ ਪਤਾ 84 'ਚ ਕੀ ਹੋਇਆ, ਉਦੋਂ ਪਹਿਲਾਂ ਦੀ ਤਾਂ ਗੱਲ ਹੀ ਛੱਡੋ। ਨਾ ਉਹਨੂੰ ਪਤਾ ਵੀ ਪੰਜਾਬੀ ਸੂਬੇ ਦਾ ਕੀ ਹੋਇਆ, ਨਾ ਉਹਨੂੰ ਪਤਾ ਵੀ ਖੁਸ਼ ਐਸੇ ਟੈਕਸ ਜਿਹੜਾ ਕੈਰੋ ਨੇ ਲਾਇਆ ਸੀ, ਉਹਦੇ ਖਿਲਾਫ ਲੋਕ ਕਿਵੇਂ ਲੜੇ ਸੀ, ਕਿਵੇਂ ਇਕੱਠੇ ਹੋਏ ਸੀ। ਉਹਨੂੰ ਤਾਂ ਕੁਛ ਵਿਚਾਰ ਨੂੰ ਪਤਾ ਨਹੀਂ। ਉਹ ਕਿਤੋਂ ਕੋਈ ਕੁਛ ਲਿਖ ਦਿੰਦਾ, ਕੋਈ ਟੰਗ ਲਿਖ ਦਿੰਦਾ, ਕੋਈ ਬਾਂਹ ਲਿਖ ਦਿੰਦਾ। ਜਿੰਨਾ ਕੁਛ ਪਤਾ ਹੁੰਦਾ ਉਹਨਾਂ ਕੋਲ ਲਿਖ ਕੇ ਮੰਨ ਲੈਂਦਾ। ਆ ਮੈਂ SYL 'ਤੇ ਲੇਖ ਪੜ੍ਹ ਰਿਹਾ ਸੀ ਕਈ ਵਿਦਵਾਨਾਂ ਦੇ, ਉਹਨਾਂ 'ਚ ਕਈ ਗੱਲਾਂ ਬੜੀਆਂ ਫੈਕਚੁਅਲੀ ਗਲਤ ਲਿਖੀਆਂ ਹੋਈਆਂ ਨੇ, ਪਰ ਕਿਉਂਕਿ ਵਿਦਵਾਨ ਨੇ, ਵੱਡੇ ਵਿਦਵਾਨ ਨੇ, ਉਹਨਾਂ ਨੇ ਲਿਖਤਾ। ਲੋਕ ਹੁਣ ਕੀ ਕਰਨ? ਲੋਕਾਂ ਕੋਲ ਜਿਹੜਾ ਲਿਖਿਆ ਜੋ ਉਹੀ ਪੜ੍ਹਨਗੇ ਨਾ, ਕਿਉਂਕਿ ਟੈਕਸਟ ਉਹਨਾਂ ਨੇ ਪੜ੍ਹਨੀ ਨਹੀਂ। ਬੇਸਿਕ ਟੈਕਸਟ ਮਟੀਰੀਅਲ ਨਾ ਉਹਨਾਂ ਨੂੰ ਅਵੇਲੇਬਲ ਹੈ, ਨਾ ਉਹ ਪੜ੍ਹਨ ਨੂੰ ਤਿਆਰ ਨੇ। ਇਸ ਕਰਕੇ ਉਹ ਕਿਵੇਂ ਸਿੱਖਣਗੇ? ਤਾਂ ਮੈਂ ਕਹਿਣਾ, ਮੇਰੀ ਬੇਨਤੀ ਸਿਰਫ ਇੰਨੀ ਹੈ ਵੀ ਇੱਕ ਕਹੀ ਕਹਾਈ ਗੱਲ ਹੈ, ਔਰ ਮੈਂ ਵੀ ਕਈ ਵਾਰੀ ਉਹਦਾ ਸ਼ਿਕਾਰ ਹੁੰਨਾ। ਦੋ ਗੱਲਾਂ ਛੋਟੀ ਛੋਟੀਆਂ। ਇੱਕ ਵਾਰੀ ਮੈਂ ਪਾਤਾ ਅਬਦੁਲ ਕਲਾਮ ਬਾਰੇ, ਉਹ ਮੇਰੀ ਬੇਟੀ ਨੇ ਕਿਹਾ, ਕਹਿੰਦੀ ਪਾਪਾ ਇਹ ਬਹੁਤ ਪੁਰਾਣੀ ਗੱਲ ਹੈ, ਤੁਸੀਂ ਦੁਬਾਰਾ ਟਵੀਟ ਕਰਤੀ। ਇਹ ਮੈਨੂੰ ਸਮਝ ਆ ਗਈ ਵੀ ਗਲਤੀ ਹੋ ਗਈ ਮੇਰੇ ਤੋਂ। ਆ ਕੱਲ ਪਰਸੋਂ ਕੇ ਚੌਥੇ ਗੁਲਾਮ ਨਬੀ ਆਜ਼ਾਦ ਬਾਰੇ ਬੜਾ ਕਿਸੇ ਨੇ ਲਿਖਿਆ ਵੀ ਮੁੜ ਕੇ ਕਾਂਗਰਸ ਚਲਾ ਗਿਆ 4-5 ਦਿਨ ਪਹਿਲਾਂ। ਮੈਂ ਕਿਸੇ ਹਾਸੇ 'ਚ ਦੋਸਤ ਨੂੰ ਕਿਹਾ, ਮੈਂ ਕਿਹਾ ਉਹ ਤਾਂ ਫੇਰ ਕਾਂਗਰਸ। ਕਹਿੰਦੇ ਨਹੀਂ ਨਹੀਂ ਨਹੀਂ, ਉਹ ਝੂਠ ਪਾਇਆ ਹੋਇਆ ਸਾਰਾ, ਔਰ ਉਹਦੇ ਕਿੰਨੇ ਵੀਡੀਓ ਚੱਲ ਰਹੇ ਨੇ ਵੀ ਉਹ ਮੁੜ ਕੇ ਚਲਾ ਗਿਆ। ਸੋ ਇਹ ਜਿਹੜਾ ਇਹ ਜਿਹਾ ਝੂਠ ਪ੍ਰਚਾਰ ਹੈ। ਆ ਹੁਣ ਮੈਂ ਜਦ ਵੀਡੀਓ ਉੜੀ ਤਾਂ ਮੈਂ ਨਜ਼ਰ ਹੀ ਨਹੀਂ ਮਾਰਦਾ, ਜਿਹਦੇ ਉੱਤੇ ਐਂ ਲਿਖਿਆ ਹੋਇਆ ਨਾ ਵੀ ਆਹ ਹੋ ਗਿਆ, ਮੈਂ ਕਹਿੰਦਾ ਇਹ ਸਾਰਾ ਗੱਪ ਮਾਰਿਆ ਹੋਊਗਾ। ਹਾਲਾਂਕਿ ਹੋ ਸਕਦਾ ਚੰਗਾ ਵੀ ਮੈਂ ਇੰਨਾ ਟਾਈਮ ਕਿੱਥੋਂ ਲਾਈ ਜਾਊਂਗਾ ਉਹਦੇ 'ਤੇ? ਮੈਂ ਕੋਈ ਕਿਤਾਬ ਪੜ੍ਹੂੰਗਾ, ਕਿਤਾਬ 'ਚ ਫਿਰ ਵੀ ਜ਼ਿੰਮੇਵਾਰੀ ਹੈ, ਤਾਂ ਕੋਈ ਜ਼ਿੰਮੇਵਾਰੀ ਹੀ ਨਹੀਂ। ਸੋ ਇਸ ਕਰਕੇ ਮੇਰੀ ਬੇਨਤੀ ਸਿਰਫ ਇੰਨੀ ਹੈ ਵੀ ਅਸੀਂ ਜਿਹੜਾ ਸਵਾਲ ਵਿਸ਼ਾ ਭਰਿਆ ਸੀ ਉਹ ਬਹੁਤ ਚੰਗਾ ਵਿਸ਼ਾ ਸੀ ਕਿ ਲੋਕ ਕਿੱਥੇ ਜਾਣ। ਇਹ ਤੁਹਾਡਾ ਵੱਡਾ ਸਵਾਲ ਸੀ, ਮੈਨੂੰ ਐਂ ਲੱਗਦਾ ਵੀ ਜੇ ਇਹ ਵੀ ਹੋ ਗਏ। ਉਹ ਲਹਿਰ ਜਿਹੜੀ ਤੁਸੀਂ ਕਹਿੰਦੇ ਉਹ ਲਹਿਰ ਨਹੀਂ ਸੀ। ਜਿਹੜੇ ਕਿਸਾਨਾਂ ਦੀ ਲਹਿਰ ਸੀ ਉਹ ਥੋੜਾ ਸਮਾਂ ਸੀ, 380 ਦਿਨ ਸੀ ਸਿਰਫ। ਗਦਰ ਮੂਵਮੈਂਟ ਇਦੋਂ ਜ਼ਿਆਦਾ ਦਿਨ ਚੱਲ ਕੇ ਵੀ ਖਿਲਰੀ ਸੀ। ਮੂਵਮੈਂਟਾਂ ਖਿਲਰਦੀਆਂ ਵੀ ਹੁੰਦੀਆਂ ਨੇ, ਪਰ ਇਹ ਨਹੀਂ ਵੀ ਉਹ ਤੋਂ ਸਾਰੇ ਬੰਦੇ ਮਾੜੇ ਹੋ ਜਾਂਦੇ ਨੇ। ਕਾਮਾਗਾਟਾ ਮਾਰੂ ਦਾ ਵੀ ਇਦਾਂ ਹੀ ਸੀ, ਪਰ ਉਹ ਬੰਦਾ ਬਹਾਦਰ ਜਿਹੜਾ ਯੋਧਾ, ਉਹ ਸਾਰੀ ਉਮਰ ਨਹੀਂ ਹਟਿਆ ਇਸ ਲੜਾਈ ਚੋਂ, ਰੂਪੋਸ਼ ਰਿਹਾ, ਹੋਰ ਬੜਾ ਕੁਛ ਕਰਿਆ। ਸੋ ਆਪਾਂ ਨੂੰ ਸ਼ਹੀਦ ਊਧਮ ਸਿੰਘ ਤੁਹਾਨੂੰ ਪਤਾ 20 ਸਾਲ 21 ਸਾਲ ਆਪਦੇ ਸੀਨੇ 'ਚ ਦਵਾਈ ਰੱਖਿਆ। ਸੋ ਲਹਿਰਾਂ ਲੰਬੀਆਂ ਹੁੰਦੀਆਂ ਨੇ, ਇਹ ਛੋਟੇ ਛੋਟੇ ਉਹਦੇ ਇੱਕ ਤੌਰ ਤਰੀਕੇ ਨੇ ਵੀ। ਕਾਹ ਹੋ ਗਿਆ ਜਿਹਨੂੰ ਆਪਾਂ ਟ੍ਰੇਲਰ ਕਹਿੰਦੇ ਹੁੰਦੇ, ਅੱਗੇ ਫਿਲਮਾਂ 'ਚ ਛੋਟੀ ਜਿਹੀ ਹੁੰਦੀ ਉਹਨੂੰ ਟ੍ਰੇਲਰ ਕਹਿੰਦੇ ਸੀ। ਜਾਂ ਮੈਂ ਬੇਹੋਸ਼ੀ ਮਹਿਕਮੇ 'ਚ ਰਿਹਾ, ਉਹਨੂੰ ਅਸੀਂ ਪ੍ਰੀ ਮੈਡੀਕੇਸ਼ਨ ਕਹਿੰਦੇ ਵੀ ਥੋੜ੍ਹੀ ਜਿਹੀ ਦਵਾਈ ਪਹਿਲਾਂ ਲਾ ਦਿਓ ਮਰੀਜ਼ ਨੂੰ, ਫਿਰ ਬੇਹੋਸ਼ ਕਰਾਂਗੇ ਪੂਰਾ। ਸੋ ਉਹੋ ਜਿਹਾ ਇਹ ਹੈਗਾ, ਇਹ ਟ੍ਰੇਲਰ ਸੀਗੇ। ਇਹ ਟ੍ਰੇਲਰ ਨੇ ਵੀ ਆਪਦਾ ਅਸਰ ਦਿਖਾਇਆ। ਮੈਂ ਕਹਾਂਗਾ ਅੰਨਾ ਹਜ਼ਾਰੇ ਦੀ ਮੂਵਮੈਂਟ ਇੱਕ ਛੋਟਾ ਟ੍ਰੇਲਰ ਸੀ, ਉਹਨੇ ਵੀ ਆਪਦਾ ਅਸਰ ਦਿਖਾਇਆ। ਬਹੁਤ ਹੀ ਛੋਟਾ ਸੀ ਉਹ ਤਾਂ, ਜਮਾਂ ਹੀ ਐਂ ਇੱਕ ਹਵਾ ਦਾ ਬੁੱਢਾ ਹੀ ਸੀ। ਕਿਸਾਨ ਮੂਵਮੈਂਟ ਇੱਕ ਵੱਡਾ ਟ੍ਰੇਲਰ ਸੀ, ਪਰ ਅਜੇ ਮੂਵਮੈਂਟ ਨਹੀਂ ਚੱਲੀ। ਪਰ ਇਹਨਾਂ 'ਚੋਂ ਮੂਵਮੈਂਟ ਨਿਕਲੇਗੀ। ਆ ਜਿਹੜਾ ਹੁਣ ਕੋਈ ਮਤਭੇਦ 100 ਹੋ ਸਕਦੇ ਨੇ, ਜਿਹੜਾ ਰਾਹੁਲ ਗਾਂਧੀ ਨੇ ਸ਼ੁਰੂ ਕਰਿਆ ਹੋਇਆ, ਇਹ ਵੀ ਇੱਕ ਟ੍ਰੇਲਰ ਹੈ ਕਿ ਦੇਸ਼ ਐਂ ਚਲਾਇਆ ਵੀ ਜਾ ਸਕਦਾ ਹੈ ਦੇਸ਼। ਇਸੇ ਕਰਕੇ ਉਹਦੀ ਮੂਵਮੈਂਟ 'ਤੇ ਕ੍ਰਿਟਿਸਿਜ਼ਮ ਕਰਨ ਦੀ ਬਜਾਏ ਉਹਦੀ ਜਿਹੜੀ ਉਹ ਝੱਗੀ ਹੈ ਉਹਦੇ ਉੱਤੇ ਕ੍ਰਿਟਿਸਿਜ਼ਮ ਕਰਿਆ ਜਾ ਰਿਹਾ ਵੀ ਝੁੱਗੀ 43,000 ਦੀ ਹੈ। ਉਹ ਝੁੱਗੀ 43 ਦੀ ਹੈ, ਕਿੰਨੇ ਦੀ ਹੈ, 42 ਦੀ ਹੈ। ਤੁਸੀਂ ਤਾਂ 10 ਲੱਖ ਦਾ ਕੋਟ ਪਾਉਣੇ, ਕਾਹਨੂੰ ਤੁਸੀਂ ਕਹਿੰਦੇ ਚੱਜ ਤਾਂ ਬੋਲੇ, ਚਾਲ ਨਹੀਂ ਕੀ ਬੋਲੇ। ਸੋ ਇਸ ਕਰਕੇ ਆਪਾਂ, ਤੁਹਾਡੀ ਚਿੰਤਾ ਜਾਇਜ਼ ਹੈ। ਮੈਨੂੰ ਅਜੇ ਵੀ ਯਕੀਨ ਹੈ ਕਿ ਦੇਸ਼ ਜਿਨ੍ਹਾਂ ਹਾਲਤਾਂ 'ਚ ਅੱਜ ਪਹੁੰਚਾਤਾ, ਇਹਨਾਂ 'ਚ ਰਹੇਗਾ ਨਹੀਂ। ਸਾਡਾ ਨੌਜਵਾਨ ਹੁਣ ਇਸ ਪਾਸੇ ਨਹੀਂ ਹੈ ਵੀ ਉਹ ਨਸ਼ਾ ਚੱਲ ਕਰ ਰਿਹਾ, ਉਹ ਗੈਂਗਸਟਰ ਬਣ ਜੇ, ਉਹ ਬਾਹਰ ਜਾਵੇ। ਉਹ ਸਾਰੇ ਇੰਟੈਲੀਜੈਂਟ ਨੇ, ਐ ਨਹੀਂ ਹੈ ਵੀ ਬਹੁਤੇ। ਜ਼ਰੂਰੀ ਨਹੀਂ ਹੁੰਦਾ ਬੰਦਾ ਪੜ੍ਹਿਆ ਲਿਖਿਆ ਇੰਟੈਲੀਜੈਂਟ ਹੁੰਦਾ। ਜਿਹਨੂੰ ਮੌਕਾ ਮਿਲ ਗਿਆ ਉਹ ਪੜ੍ਹ ਗਿਆ, ਜਿਹਨੇ ਕਿਸੇ ਚਾਚੇ ਤਾਏ ਨੇ ਨੰਬਰ ਲਵਾਤੇ ਉਹ ਚੰਗਾ ਅਫਸਰ ਬਣ ਗਿਆ। ਪਰ ਇਹਦਾ ਮਤਲਬ ਇਹ ਨਹੀਂ ਵੀ ਬਾਕੀ ਬੁੱਧੂ ਨੇ। ਹਰ ਇੱਕ ਬੰਦੇ 'ਚ ਕੋਈ ਗੁਣ ਹੁੰਦਾ। ਹਰ ਲੱਕੜੀ 'ਚ, ਮੈਂ ਲਾਸਟ ਗੱਲ ਆਪਦੀ ਕਹਿਣਾ, ਹਰੇਕ ਲੱਕੜੀ ਦੇ ਵਿੱਚ ਅੱਗ ਹੁੰਦੀ ਹੈ, ਚਾਹੇ ਉਹ ਜਿੰਨੀ ਮਰਜ਼ੀ ਗਿੱਲੀ ਹੋਵੇ। ਸਵਾਲ ਹੈ ਉਹਨੂੰ ਚੁਆਤੀ ਲਾਉਣ ਵਾਲਾ ਕਿੰਨਾ ਤਕੜਾ ਹੈ। ਅਜੇ ਸਾਡੀ ਚੁਆਤੀ ਲਾਉਣ ਵਾਲੀ ਜਿਹੜੀ ਲਹਿਰ ਹੈ, ਉਹ ਕਿਸਾਨ ਲਹਿਰ ਦੇ ਵਿੱਚ ਥੋੜ੍ਹੀ ਜਿਹੀ ਆਈ ਸੀ। ਪਹਿਲਾਂ 9000 ਵਿੱਚ ਵੀ ਥੋੜ੍ਹੀ ਜਿਹੀ ਚੁਆਤੀ ਲੱਗੀ ਸੀ, ਪਰ ਉਹ ਫੂਸ ਸੀ ਜਿਹਨੂੰ ਚੁਆਤੀ ਲੱਗੀ। ਇਸ ਕਰਕੇ 1 ਲੱਖ ਤੇ ਭਾਂਬੜ ਵੜ ਗਿਆ ਤੇ ਨਾਲ ਹੀ ਬਹਿ ਗਿਆ। ਆ ਬੈਠੇ ਹੋਣ ਦੀ ਨਿਸ਼ਾਨੀ ਜਿਹੜੀ ਸੀ ਬਾਕੀ ਹੈ। ਕਿਸਾਨ ਲਹਿਰ ਸੀ ਜਿਹੜੀ, ਉਹ ਚੁਆਤੀ ਲੱਗੀ ਸੀ ਲੱਕੜ ਨੂੰ, ਪਰ ਉਹ ਲੱਕੜ ਛੋਟੀ ਸੀ, ਬਲ ਕੇ ਹਟ ਗਈ।
ਪਰ ਇਹਦਾ ਮਤਲਬ ਇਹ ਨਹੀਂ ਵੀ ਮੁੜ ਕੇ 34ਵੀਂ ਲੱਗੂਗੀ, ਫਿਰ 34 ਲੱਗੂ। ਲਹਿਰ ਉੱਠੂ ਪੰਜਾਬ ਚੋਂ ਹੀ ਤੇ ਅਸੀਂ ਆਪਦੇ ਹੱਕਾਂ ਦੀ ਗੱਲ ਕਰਾਂਗੇ। ਜੇ ਰੋਜ਼ ਜਿਵੇਂ ਤੁਸੀਂ ਆਹ ਕਰਦੇ ਹੋ, ਅਸੀਂ ਇਹ ਕਹੀ ਜਾਏ ਵੀ ਇਹਨਾਂ ਮੁੱਦਿਆਂ ਤੇ ਕਰਨਾ ਕੀ ਚਾਹੀਦਾ, ਡਟ ਕੇ ਸਵਾਲ ਕਰੀਏ। ਇਹ ਨਹੀਂ ਵੀ ਸਾਡੇ ਸਾਹਮਣੇ ਕੌਣ ਹੈ, ਭਾਸ਼ਾ ਠੀਕ ਵਰਤੀਏ, ਜਿਹੜਾ ਮਰਜ਼ੀ ਬੈਠਾ ਹੋਵੇ ਸਾਹਮਣੇ ਉਹਨੂੰ ਸਵਾਲ ਕਰਨਾ ਤੁਹਾਡਾ ਹੱਕ ਹੈ ਕਿ ਇਹਦਾ ਜਵਾਬ ਦਿਓ ਜੀ, ਆਹ ਦੱਸੋ ਕਿਵੇਂ ਹੋਇਆ, ਤੇ ਫਿਰ ਕਿਤੋਂ ਤਾਂ ਜਵਾਬ ਨਿਕਲੇਗਾ ਨਾ। ਸੋ ਇਸ ਕਰਕੇ ਇਹ ਜਿਹੜਾ ਅੱਜ ਰਾਜ ਹੈ ਉਹ ਕੜਕਾਤੀ ਰਾਜੇ ਕਸਾਈ ਵਾਲਾ ਹੈ। ਇੱਥੇ ਮੱਸਿਆ ਕਾਲੀ ਹੈ, ਪਰ ਉਹ ਕਾਲੀ ਮੱਸਿਆ ਤੋਂ ਬਾਅਦ ਹੌਲੀ ਹੌਲੀ ਚੰਨ ਚੜ੍ਹਨਾ ਸ਼ੁਰੂ ਹੁੰਦਾ ਹੈ ਤੇ ਇੱਕ ਦਿਨ ਪੂਰਨਮਾਸ਼ੀ ਆਉਂਦੀ ਹੈ, ਪਰ ਉਹਨੂੰ 15 ਦਿਨ ਲੱਗਦੇ ਨੇ ਮੱਸਿਆ ਤੋਂ ਬਾਅਦ। ਉਹ ਸਮਾਂ ਲੱਗੇਗਾ, ਆਏਗਾ, ਉਹ ਡਰਦੀ ਹੈ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਸੋ ਮੁੱਕਦੀ ਗੱਲ ਇਹ ਕਹਿ ਸਕਦੇ ਹਾਂ ਕਿ ਪੰਜਾਬ ਪ੍ਰਸਤ, ਮੁਲਕ ਪ੍ਰਸਤ ਹੋ ਕੇ, ਪੰਜਾਬ ਪ੍ਰਸਤ ਹੋ ਕੇ ਸੋਚਣਾ ਪਏਗਾ। ਲਹਿਰਾਂ ਖੜੀਆਂ ਹੁੰਦੀਆਂ ਨੇ, ਪੰਜਾਬ ਇਤਿਹਾਸ ਬਣਾਉਂਦਾ ਆਇਆ, ਗਾਂ ਵੀ ਬਣਦਾ ਰਹੇਗਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।